सत श्री अकाल दोस्तों, तुसी वेख रहे हो डोर स्टैप एजुकेशन पॉइंट। उम्मीद करदा तुसी सारे वधिया होवोगे। सो दोस्तों, अज दी अपनी जिहड़ी क्लास है एक क्लास नंबर 6 है, जिथे आपां अंग्रेजी पैडागोजी दे कुछ प्रश्नां नूं डिस्कस करन जा रहे हैं। ते अज दी अपनी जिहड़ी क्लास होएगी ये पीएस टैट दी ਪ੍ਰੀਖਿਆ पेपर 1 ते पेपर 2 दोनों ਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਇਸ ਵੀਡੀਓ ਨੂੰ ਬਣਾ ਰਹੇ ਹਾਂ। ਸੋ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤੇ ਇਹਨਾਂ ਪ੍ਰਸ਼ਨਾਂ ਦਾ ਜਿਹੜਾ ਜਵਾਬ ਹੈ ਜੀ ਉਹ ਦੇਣ ਦੀ ਕੋਸ਼ਿਸ਼ ਕਰਨੀ ਹੈ। ਸੋ ਦੋਸਤੋ, ਤੁਹਾਡਾ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦੇ ਨਾਲ ਇੱਕ ਬੈਲ ਆਈਕਨ ਵੀ ਹੋਏਗਾ, ਤੁਸੀਂ ਉਹਨੂੰ ਵੀ ਪ੍ਰੈਸ ਕਰ ਲੈਣਾ ਹੈ। ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੇਤੀ ਛੇਤੀ ਸੈਸ਼ਨ ਨੂੰ ਲਾਈਕ ਵੀ ਕਰ ਦਿਓ। ਸੋ ਦੋਸਤੋ, ਪਹਿਲਾ ਜਿਹੜਾ ਪ੍ਰਸ਼ਨ ਹੈ, ਇਸ ਤੋਂ ਪਹਿਲਾਂ ਆਪਾਂ ਕੁਝ ਸੈਸ਼ਨ ਲੈ ਚੁੱਕੇ ਹਾਂ, ਭਾਵੇਂ ਉਹ ਸੀਡੀਪੀ ਦਾ ਸੈਸ਼ਨ ਹੋਵੇ, ਪੰਜਾਬੀ ਪੈਡਾਗੋਜੀ ਦਾ ਸੈਸ਼ਨ ਹੋਵੇ ਤੇ ਅੰਗਰੇਜ਼ੀ ਪੈਡਾਗੋਜੀ ਦੀ ਕਲਾਸ ਹੈ। ਸੋ ਦੋਸਤੋ ਵੇਖੋ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਹੈ। ਐਟ ਪ੍ਰਾਇਮਰੀ ਲੈਵਲ ਇਟ ਇਜ਼ ਬੈਟਰ ਟੂ ਟੀਚ ਇਨ ਮਦਰ ਟੰਗ ਬਿਕੋਜ਼ ਇਟ। ਜਿਵੇਂ ਮੰਨ ਲਓ ਕਿ ਜਿਹੜੇ ਬੱਚੇ ਹੈਗੇ ਆ ਪ੍ਰਾਇਮਰੀ ਲੈਵਲ ਵਾਲੇ ਜਿਹੜੇ ਬੱਚੇ ਹੈਗੇ ਆ, ਤੁਸੀਂ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹੋ। ਸੋ ਉਹਨਾਂ ਬੱਚਿਆਂ ਨੂੰ ਜਦੋਂ ਤੁਸੀਂ ਪੜ੍ਹਾ ਰਹੇ ਸੀਗੇ ਉਹ ਉਹਨਾਂ ਦੀ ਜਿਹੜੀ ਮਾਤ ਭਾਸ਼ਾ ਹੈਗੀ ਆ, ਜਿਹੜੀ ਮਦਰ ਟੰਗ ਹੈ, ਮਦਰ ਟੰਗ ਦੇ ਵਿੱਚ ਪੜਾਉਣ ਦੇ ਨਾਲ ਬੱਚਿਆਂ ਦਾ ਕੀ ਬੈਨੀਫਿਟ ਹੋ ਸਕਦਾ ਹੈ? ਤੁਸੀਂ ਮੈਨੂੰ ਇਹਨਾਂ ਆਪਸ਼ਨਾਂ ਨੂੰ ਪੜ੍ਹ ਕੇ ਜਵਾਬ ਦਿਓ। ਇਟ ਇਜ਼ ਬੈਟਰ ਟੂ ਟੀਚ ਇਨ ਮਦਰ ਟੰਗ ਬਿਕੋਜ਼ ਵੀ ਜੇ ਆਪਾਂ ਉਹਨਾਂ ਨੂੰ ਮਦਰ ਟੰਗ ਦੇ ਵਿੱਚ ਪੜਾਉਂਦੇ ਆ ਤੇ ਕਿਉਂ ਵਧੀਆ ਹੈ ਉਹਨਾਂ ਲਈ। ਡਿਵੈਲਪ ਸੈਲਫ ਕੌਨਫੀਡੈਂਸ ਇਨ ਚਿਲਡਰਨ, ਕਿ ਬੱਚਿਆਂ ਦੇ ਵਿੱਚ ਆਤਮ ਵਿਸ਼ਵਾਸ ਆ ਜਾਏਗਾ। ਜਾਂ ਫਿਰ ਆਪਸ਼ਨ ਨੰਬਰ ਬੀ, ਮੇਕਸ ਲਰਨਿੰਗ ਈਜ਼ੀ ਫॉर ਚਿਲਡਰਨ, ਕਿ ਬੱਚਿਆਂ ਦੀ ਜਿਹੜੀ ਲਰਨਿੰਗ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਈਜ਼ੀ ਹੋ ਜਾਏਗੀ, ਸੌਖੀ ਹੋ ਜਾਏਗੀ। ਜਾਂ ਫਿਰ ਹੈਲਪਸ ਇਨ ਇੰਟੈਲੈਕਚੁਅਲ ਡਿਵੈਲਪਮੈਂਟ, ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਹੈਗੀ ਹੈ, ਮਾਨਸਿਕ ਦਾ ਜਿਹੜਾ ਵਿਕਾਸ ਹੈ ਉਹਦੇ ਵਿੱਚ ਮਦਦ ਕਰੇਗਾ। ਜਾਂ ਫਿਰ ਹੈਲਪਸ ਦ ਚਿਲਡਰਨ ਟੂ ਲਰਨ ਇਨ ਨੈਚੁਰਲ ਸਰਾਊਂਡਿੰਗਸ। ਇੱਥੇ ਦੱਸੋ ਕੀ ਜਵਾਬ ਹੋਏਗਾ ਜੀ। ਆਪਸ਼ਨ ਨੰਬਰ ਡੀ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਬੱਚਾ ਹੈ, ਜਿਹੜਾ ਕਿ ਉਹਦਾ ਪ੍ਰਾਕਿਰਤਿਕ ਕਹਿ ਲੋ ਵੀ ਕੁਦਰਤੀ ਜਿਹੜਾ ਵਾਤਾਵਰਣ ਹੈ ਉਹਦੇ ਵਿੱਚ ਉਹਨੂੰ ਯਾਦ ਕਰਨ ਦੇ ਵਿੱਚ ਈਜ਼ੀਲੀ ਮਤਲਬ ਸੌਖ ਹੋਵੇਗੀ। ਸੋ ਦੱਸੋ ਕੀ ਜਵਾਬ ਹੋਏਗਾ ਜੀ। ਵੈਸੇ ਅਗਰ ਜੇ ਆਪਾਂ ਉਹਦੀ ਨਾ ਮਦਰ ਟੰਗ ਦੀ ਗੱਲ ਕਰੀਏ, ਇਹਦੀ ਜਿਹੜੀ ਮਦਰ ਟੰਗ ਹੈ ਮਤਲਬ ਇਹ ਉਹਦੇ ਘਰ ਦੇ ਵਿੱਚ ਵੀ ਬੋਲੀ ਜਾਂਦੀ ਹੈ। ਬੱਚਾ ਹਜੇ ਛੋਟਾ ਹੈ, ਪ੍ਰਾਇਮਰੀ ਲੈਵਲ ਵਾਲਾ ਬੱਚਾ ਹੈ, ਬੱਚਾ ਹਜੇ ਛੋਟਾ, ਉਹਦੇ ਘਰ ਦੇ ਵਿੱਚ ਵੀ ਇਹ ਸੇਮ ਭਾਸ਼ਾ ਬੋਲੀ ਜਾਂਦੀ ਹੈ। ਸੋ ਕਿਤੇ ਨਾ ਕਿਤੇ ਜਦੋਂ ਆਪਾਂ ਉਹਦੇ ਮਦਰ ਟੰਗ ਦੇ ਵਿੱਚ ਜੇ ਆਪਾਂ ਗੱਲ ਕਰਾਂਗੇ, ਜੇ ਆਪਾਂ ਉਹਨੂੰ ਮਦਰ ਟੰਗ ਦੇ ਵਿੱਚ ਸਮਝਾਵਾਂਗੇ ਤੇ ਉਹਦੇ ਨਾਲ ਕੀ ਹੋਏਗਾ ਜੀ, ਬੱਚਾ ਪ੍ਰਾਕਿਰਤਿਕ ਤਰੀਕੇ ਨਾਲ, ਕੁਦਰਤੀ ਤਰੀਕੇ ਨਾਲ ਸਾਰੀਆਂ ਹੀ ਚੀਜ਼ਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਿੱਖ ਸਕਦਾ ਹੈ। ਇਸੇ ਕਰਕੇ ਭਾਵੇਂ ਮਹਾਤਮਾ ਗਾਂਧੀ ਹੋਣ, ਭਾਵੇਂ ਉਹ ਕਿੰਨੇ ਵੀ ਸਾਈਕੋਲੋਜਿਸਟ ਹੋਣ, ਉਹ ਮੇਨਲੀ ਜ਼ੋਰ ਕਿਹਦੇ ਤੇ ਦਿੰਦੇ ਸੀਗੇ ਕਿ ਬੱਚਿਆਂ ਨੂੰ ਕਹਿ ਲਓ ਕਿ ਜਿਹੜੀ ਛੋਟੇ ਲੈਵਲ ਤੇ ਜਿਹੜੀ ਕਲਾਸਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਨੂੰ ਐਜੂਕੇਸ਼ਨ ਇੰਪਾਰਟ ਕੀਤੀ ਜਾਂਦੀ ਹੈ ਉਹ ਉਹਨਾਂ ਨੂੰ ਮਦਰ ਟੰਗ ਦੇ ਵਿੱਚ ਹੀ ਇੰਪਾਰਟ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਇਹਦੇ ਨਾਲ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਆਪਣਾ ਵਰਗਾ ਫੀਲ ਹੁੰਦਾ, ਉਹਨਾਂ ਨੂੰ ਥੋੜਾ ਜਿਹਾ ਕੰਫਰਟੇਬਲ ਵੀ ਫੀਲ ਕਰਦੇ ਆ ਬੱਚੇ ਜੇਕਰ ਉਹਨਾਂ ਨੂੰ ਘਰ ਵਾਲੀ ਭਾਸ਼ਾ ਦੇ ਵਿੱਚ ਗੱਲ ਕੀਤੀ ਜਾਵੇ। ਕਿਉਂਕਿ ਮਾਤ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਨਾਲ ਉਹਨਾਂ ਦਾ ਜਿਹੜਾ ਬੱਚਿਆਂ ਦਾ ਜਿਹੜਾ ਵਿਕਾਸ ਹੈ ਨਾ ਉਹ ਚੰਗੀ ਤਰ੍ਹਾਂ ਹੋ ਸਕਦਾ ਹੈ। ਤੇ ਤੁਸੀਂ ਇਹ ਗੱਲ ਵੀ ਤਾਂ ਸੁਣੀ ਹੋਊਗੀ ਨਾ ਕਿ ਬੱਚਿਆਂ ਨੂੰ ਆਪਾਂ ਮੈਥ ਹੋਵੇ, ਅੰਗਰੇਜ਼ੀ ਹੋਵੇ ਜਾਂ ਫਿਰ ਕੋਈ ਹੋਰ ਭਾਸ਼ਾ ਹੋਵੇ, ਹਿੰਦੀ ਹੋਵੇ, ਉਹ ਸਾਰੀਆਂ ਚੀਜ਼ਾਂ ਫੇਰ ਹੀ ਸਿਖਾ ਸਕਦੇ ਆ ਨਾ ਜੇ ਬੱਚੇ ਨੂੰ ਮਾਤ ਭਾਸ਼ਾ ਆਉਂਦੀ ਹੋਊਗੀ। ਸੋ ਆਪਾਂ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਆਪਾਂ ਨੂੰ ਇਹਦੇ ਥਰੂ ਹੀ ਸਿਖਾਉਂਦੇ ਆ ਨਾ। ਸੋ ਆਪਸ਼ਨ ਨੰਬਰ ਜਿਹੜਾ ਡੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ। ਇਸ ਦੇ ਨਾਲ ਹੀ ਚੱਲਦੇ ਆ ਜੀ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਅ ਟੀਚਰ ਆਫ ਕਲਾਸ 3rd ਰੀਡ ਅ ਸਟੋਰੀ ਫਰੋਮ ਅ ਟੈਕਸਟ ਬੁੱਕ ਟੂ ਹਰ ਲਰਨਰਸ, ਹਰ ਨੈਕਸਟ ਸਟੈਪ ਸ਼ੁੱਡ ਬੀ ਟੂ ਆਸਕ ਦ ਲਰਨਰਸ। ਇੱਕ ਟੀਚਰ ਹੈਗੀ ਆ ਕਿਹੜੇ ਕਲਾਸ ਦੀ ਬੱਚਿਆਂ ਦੀ? 3rd ਕਲਾਸ ਦੇ ਬੱਚਿਆਂ ਦੀ। ਉਹ ਕੀ ਹੈ? ਟੀਚਰ ਹੈਗੀ ਆ। ਉਹ ਕੀ ਕਰ ਰਹੀ ਹੈ ਜੀ? ਉਹਨੇ ਇੱਕ ਕਹਾਣੀ ਪੜ੍ਹੀ। ਉਹਨੇ ਕੀ ਕੀਤਾ ਜੀ? ਉਹਨੇ ਇੱਕ ਕਹਾਣੀ ਪੜ੍ਹੀ ਆਪਦੀ ਜਿਹੜੀ ਕਿਤਾਬ ਸੀਗੀ ਉਹਦੇ ਵਿੱਚੋਂ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਉਹਦਾ ਜਿਹੜਾ ਅਗਲਾ ਸਟੈਪ ਹੋਣਾ ਚਾਹੀਦਾ ਉਹ ਕੀ ਹੋਣਾ ਚਾਹੀਦਾ ਹੈ? ਕਿ ਉਹਨੂੰ ਜਿਹੜੇ ਲਰਨਰਸ ਹੈਗੇ ਆ, ਜਿਹੜੇ ਕਿ ਮਤਲਬ ਸਟੂਡੈਂਟ ਹੈਗੇ ਆ, ਉਹਨਾਂ ਨੂੰ ਮਤਲਬ ਕਿ ਜਿਹੜੀ ਉਹ ਟੀਚਰ ਹੈ ਉਹਨਾਂ ਤੋਂ ਕੀ ਪੁੱਛੇ, ਉਹ ਕਿਹੜੇ ਕੁਐਸਚਨ ਪੁੱਛੇ ਉਹਨਾਂ ਤੋਂ, ਅਗਲਾ ਸਟੈਪ ਕੀ ਲੈਣਾ ਚਾਹੀਦਾ ਹੈ ਉਹਨੂੰ। ਸੋ ਵੇਖੋ ਆਪਸ਼ਨਾਂ ਨੂੰ ਪੜ੍ਹੋ। ਅਬਾਊਟ ਦਾ ਮੋਰਲ ਆਫ ਦਾ ਸਟੋਰੀ, ਕਿ ਉਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ, ਕਿ ਉਸ ਟੀਚਰ ਨੂੰ ਇਹ ਗੱਲ ਪੁੱਛਣੀ ਚਾਹੀਦੀ ਹੈ ਬੱਚਿਆਂ ਤੋਂ। ਜਾਂ ਫਿਰ ਆਪਸ਼ਨ ਨੰਬਰ ਬੀ, ਟੂ ਮਾਰਕ ਡਿਫਿਕਲਟ ਵਰਡਸ, ਕਿ ਜਿਹੜੇ ਔਖੇ ਸ਼ਬਦ ਹੈ ਨਾ, ਜਾਂ ਫਿਰ ਉਹਨਾਂ ਨੂੰ ਇਹ ਪੁੱਛੇ ਕਿ ਦੱਸੋ ਬੱਚਿਓ ਕਿ ਇਹਦੇ ਵਿੱਚੋਂ ਔਖਾ ਸ਼ਬਦ ਕਿਹੜਾ ਸੀ, ਵੀ ਤੁਸੀਂ ਨਾ ਉਹ ਉਹਨਾਂ ਨੂੰ ਅੰਡਰਲਾਈਨ ਕਰ ਦਿਓ ਜਾਂ ਫਿਰ ਲਿਖ ਲਓ। ਜਾਂ ਫਿਰ ਦ ਗਿਸਟ ਆਫ ਦ ਸਟੋਰੀ, ਇੱਥੇ ਗਿਸਟ ਦਾ ਮਤਲਬ ਹੈ ਕਿ ਮੇਨਲੀ ਆਪਾਂ ਸਮਰੀ ਟਾਈਪ ਆਪਾਂ ਬੱਚਿਆਂ ਨੂੰ ਪੁੱਛ ਲਾਂਗੇ ਕਿ ਹਾਂ ਵੀ ਦੱਸੋ ਕਿ ਇਸ ਸਟੋਰੀ ਦੇ ਵਿੱਚ ਕੀ ਦੱਸਿਆ ਗਿਆ ਹੈ। ਜਾਂ ਫਿਰ ਆਪਾਂ ਇਹ ਪੁੱਛਾਂਗੇ ਕਿ ਵਟ ਦੇ ਲਾਈਕਡ ਐਂਡ ਇੰਜੋਇਡ ਇਨ ਦ ਸਟੋਰੀ, ਕਿ ਉਹਨਾਂ ਨੂੰ ਕੀ ਪਸੰਦ ਆਇਆ, ਉਹਨਾਂ ਨੇ ਕਿਉਂ ਪਸੰਦ ਕੀਤਾ ਉਸ ਸਟੋਰੀ ਦੇ ਵਿੱਚ। ਸੋ ਦੋਸਤੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ, ਇੱਕ ਗੱਲ ਤੁਸੀਂ ਹੋਰ ਧਿਆਨ ਰੱਖ ਲਿਓ ਕਿ ਜਿਹੜਾ ਟੀਚਰ ਹੈ ਨਾ ਉਹ ਤੀਸਰੀ ਕਲਾਸ ਦਾ ਟੀਚਰ ਹੈ ਤੇ ਤੀਸਰੀ ਕਲਾਸ ਦੇ ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਡੀ। ਆਪਸ਼ਨ ਨੰਬਰ ਡੀ ਕਿਉਂ ਹੋਏਗਾ? ਕਿਉਂਕਿ ਜੇਕਰ ਬੱਚਿਆਂ ਨੂੰ ਆਪਾਂ ਸਟੋਰੀ ਸੁਣਾ ਦਿੱਤੀ ਹੈ
ਸਟੋਰੀ ਸੁਣਾਉਣ ਤੋਂ ਬਾਅਦ ਆਪਾਂ ਉਹਨਾਂ ਨੂੰ ਇਹ ਪੁੱਛਾਂਗੇ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਸਟੋਰੀ ਦਾ ਕਿਹੜਾ ਪਾਰਟ ਵਧੀਆ ਲੱਗਿਆ। ਸੋ ਬੱਚੇ ਨੇ ਜੇਕਰ ਉਹ ਸਟੋਰੀ ਧਿਆਨ ਨਾਲ ਸੁਣੀ ਹੋਊਗੀ ਸੋ ਬੜੇ ਹੀ ਇੰਟਰਸਟਿੰਗ ਵੇ ਨਾਲ ਦੱਸਣ ਦੀ ਕੋਸ਼ਿਸ਼ ਕਰੇਗਾ, ਠੀਕ ਹੈ ਨਾ ਜੀ। ਸੋ ਇਹਦੇ ਨਾਲ ਜਿਹੜਾ ਉਹਦਾ ਭਾਸ਼ਾ ਦਾ ਵਿਕਾਸ ਹੈ ਜੀ ਉਹ ਵੀ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਵੇਖਣ ਨੂੰ ਮਿਲੇਗਾ, ਠੀਕ ਹੈ ਨਾ, ਸਮਝ ਰਹੇ ਹੋ ਨਾ। ਸੋ ਆਪਸ਼ਨ ਨੰਬਰ ਡੀ ਕੀ ਹੋਏਗਾ ਜੀ, ਤੁਹਾਡਾ ਸਹੀ ਜਵਾਬ ਹੋਏਗਾ ਵਟ ਦੇ ਲਾਈਕਡ ਐਂਡ ਇੰਜॉयड ਇਨ ਦਾ ਸਟੋਰੀ। ਆਪਸ਼ਨ ਨੰਬਰ ਸੀ, ਬੀ, ए गलत होएगा। मॉरल ऑफ द स्टोरी ते लिमिटेड जियां गल्लां आ जांदियां ने, डिफिकल्ट वर्ड सिर्फ इत्थे वर्ड दी गल कीती जा रही है। गिस्ट ऑफ द स्टोरी ठीक है, कुछ हद तक आपां इहनूं सही मान लैंदे आ, बट जिहड़ा एप्रोप्रिएट सारे नालों वधिया जिहड़ा जवाब है जी, बेस्ट जवाब है वो की होएगा जी ऑप्शन नंबर डी। कोई जरूरी नहीं हैगा ऑप्शन नंबर तुहानूं चारे ही सही लग सकते हैं, क्योंकि आपां की करना हुंदा है, आपां बेस्ट जवाब चुनना हुंदा है। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਤੇ ਜ਼ੋਰ ਨਹੀਂ ਦੇਣਾ। ਮਤਲਬ ਬੱਚਿਆਂ ਨੂੰ ਆਪਾਂ ਡਿਫਿਕਲਟ ਵਰਡ ਵੀ ਬਾਰੇ ਵੀ ਦੱਸਦੇ ਆ, ਮੋਰਲ ਆਫ ਦਾ ਸਟੋਰੀ ਵੀ ਦੱਸਦੇ ਆ, ਆਪਾਂ ਬੱਚਿਆਂ ਤੋਂ ਸਮਰੀ ਵਗੈਰਾ ਵੀ ਪੁੱਛਦੇ ਆ, ਬਟ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਐਂਡ ਐਪਰੋਪ੍ਰੀਏਟ ਆਨਸਰ। ਚੱਲਦੇ ਆ ਜੀ ਅਗਲੇ ਕੁਐਸਚਨ ਤੇ। ਮਲਟੀਲਿੰਗੁਅਲ ਕਲਾਸਰੂਮ ਸ਼ੁੱਡ ਨਾਟ ਬੀ ਸੀਨ ਐਜ਼ ਐਨ ਰਿਸੋਰਸ, ਚੈਲੰਜ, ਹਿੰਡਰੈਂਸ ਜਾਂ ਫਿਰ ਐਕਸਪੀਰੀਅੰਸ। ਪਹਿਲਾਂ ਤਾਂ ਇਹ ਵੇਖੋ ਕਿ ਮਲਟੀਲਿੰਗੁਅਲਿਜ਼ਮ ਹੈ ਕੀ, ਮਲਟੀਲਿੰਗੁਅਲ ਕਲਾਸਰੂਮ ਦਾ ਮਤਲਬ ਕੀ ਹੈ, ਜਿੱਥੇ ਕਿ ਇੱਕ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹੋਣ। ਸੋ ਇਹਦਾ ਕੀ ਮਤਲਬ ਹੋ ਸਕਦਾ ਹੈ, ਤੁਸੀਂ ਇੱਕ ਬਹੁ ਭਾਸ਼ਾਵਾਦ ਵਾਲੀ ਜਿਹੜੀ ਕਲਾਸ ਹੈ ਜਾਂ ਫਿਰ ਕਹਿ ਲਓ ਕਿ 2-3 ਭਾਸ਼ਾਵਾਂ ਵਾਲੀ ਇੱਕ ਕਲਾਸ ਹੈਗੀ ਆ, ਤੁਸੀਂ ਉਸ ਕਲਾਸਰੂਮ ਨੂੰ ਕਿਵੇਂ ਵੇਖਦੇ ਹੋ? ਐਜ਼ ਅ ਰਿਸੋਰਸ, ਰਿਸੋਰਸਰ ਕੀ ਹੁੰਦੇ ਆ ਜੀ, ਸੰਸਾਧਨ, ਜਾਂ ਫਿਰ ਆਪਸ਼ਨ ਨੰਬਰ ਬੀ ਚੈਲੰਜ, ਇੱਕ ਚੁਣੌਤੀ ਭਰਪੂਰ ਵਾਲਾ ਕੰਮ ਵੇਖਦੇ ਹੋ ਕਿ ਇੱਕ ਚੁਣੌਤੀ ਵਾਲਾ ਕੰਮ ਹੈ ਇਹ, ਠੀਕ ਹੈ ਜੀ, ਜਾਂ ਫਿਰ ਹਿੰਡਰੈਂਸ ਕੀ ਇੱਕ ਰੁਕਾਵਟ ਹੈ, ਜਾਂ ਫਿਰ ਐਕਸਪੀਰੀਅੰਸ ਕੀ ਇੱਕ ਅਨੁਭਵ ਹੈ। ਸੌਰੀ ਇੱਥੇ ਲਿਖਿਆ ਹੋਇਆ ਨਾਟ, ਵੀ ਤੁਸੀਂ ਇੱਕ ਮਲਟੀਲਿੰਗੁਅਲ ਕਲਾਸਰੂਮ ਨੂੰ ਸ਼ੁੱਡ ਨਾਟ ਸੀਨ ਐਜ਼ ਕੀ, ਜਾਂ ਫਿਰ ਕਹਿ ਲਓ ਕਿ ਇੱਕ ਬਹੁ ਭਾਸ਼ਾਵਾਦ ਵਾਲੀ ਜਿਹੜੀ ਕਲਾਸ ਹੈਗੀ ਆ ਉਹਨੂੰ ਨਹੀਂ ਵੇਖਣਾ ਚਾਹੀਦਾ। ਸੌਰੀ ਮੈਂ ਇੱਥੇ ਵੇਖਦੇ ਹੋ ਦੇ ਨਹੀਂ, ਮਤਲਬ ਤੁਸੀਂ ਕਿਵੇਂ ਵੇਖਦੇ ਹੋ ਇਹਦੀ ਗੱਲ ਨਹੀਂ ਕੀਤੀ ਜਾ ਰਹੀ, ਕਿ ਉਹਨੂੰ ਕਿਵੇਂ ਵੇਖਣਾ ਚਾਹੀਦਾ ਹੈ, ਸ਼ੁੱਡ ਨਾਟ ਬੀ ਸੀਨ ਐਜ਼। ਸੋ ਉਹਨੂੰ ਕਿਵੇਂ ਨਹੀਂ ਵੇਖਣਾ ਚਾਹੀਦਾ, ਐਜ਼ ਅ ਰਿਸੋਰਸ ਤਾਂ ਬਿਲਕੁਲ ਵੇਖਣਾ ਚਾਹੀਦਾ ਹੈ ਜੀ। ਚੈਲੰਜ ਵੀ ਹੈ ਨਾ, ਚੁਣੌਤੀ ਭਰਪੂਰ ਵਾਲਾ ਜਿਹੜਾ ਕੰਮ ਹੈ ਜੀ, ਬਿਲਕੁਲ ਆਪਸ਼ਨ ਨੰਬਰ ਬੀ ਵੀ ਸਹੀ ਹੈ, ਆਪਸ਼ਨ ਨੰਬਰ ਡੀ ਵੀ ਸਹੀ ਹੈ, ਬਟ ਆਪਸ਼ਨ ਨੰਬਰ ਜਿਹੜਾ ਸੀ ਹੈ ਜੀ ਇਹ ਤੁਹਾਡਾ ਜਵਾਬ ਗਲਤ ਹੈ। ਜੇਕਰ ਆਪਾਂ ਨਾਟ ਨਾਲ ਵੇਖੀਏ ਤਾਂ ਆਪਸ਼ਨ ਨੰਬਰ ਸੀ ਹੀ ਤੁਹਾਡਾ ਸਹੀ ਹੋਏਗਾ, ਕਿਉਂਕਿ ਮਲਟੀਲਿੰਗੁਅਲ ਵਾਲੀ ਜਿਹੜੀ ਕਲਾਸਰੂਮ ਹੈ, ਮਲਟੀਲਿੰਗੁਅਲ ਵਾਲੀ ਜਿਹੜੀ ਕਲਾਸਰੂਮ ਹੈ ਉਹਨੂੰ ਤੁਸੀਂ ਐਜ਼ ਅ ਹਿੰਡਰੈਂਸ ਨਹੀਂ ਵੇਖੋਗੇ, ਠੀਕ ਹੈ ਜੀ, ਐਜ਼ ਅ ਹਿੰਡਰੈਂਸ ਮਤਲਬ ਐਜ਼ ਅ ਰੁਕਾਵਟ ਨਹੀਂ ਵੇਖੋਗੇ ਉਹਨੂੰ ਤੁਸੀਂ, ਜਿਹੜੀ ਜਿੱਥੇ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਜਾਂ ਫਿਰ ਕਹਿ ਲਓ ਕਲਾਸ ਦੇ ਵਿੱਚ 1-2 ਭਾਸ਼ਾਵਾਂ ਹੋਰ ਐਕਸਟਰਾ ਬੋਲੀਆਂ ਜਾਂਦੀਆਂ ਨੇ, ਸੋ ਉਹਨੂੰ ਤੁਸੀਂ ਐਜ਼ ਅ ਰਿਸੋਰਸ ਹੀ ਵੇਖਣਾ ਹੈ, ਐਜ਼ ਅ ਚੈਲੰਜ ਤੇ ਐਜ਼ ਅ ਐਕਸਪੀਰੀਅੰਸ, ਬਟ ਨਾਟ ਐਜ਼ ਅ ਹਿੰਡਰੈਂਸ। ਸੋ ਆਪਸ਼ਨ ਨੰਬਰ ਸੀ ਤੇ ਕਰੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਹਾਊ ਸ਼ੁੱਡ ਅ ਟੀਚਰ ਰਿਸਪੌਂਡ ਟੂ ਐਰਰਸ ਇਨ ਦ ਰਾਈਟਿੰਗ ਟਾਸਕ ਆਫ ਦ ਲਰਨਰਸ। ਸੋ ਮੰਨ ਲਓ ਇੱਕ ਟੀਚਰ ਹੈ ਜੀ, ਉਹ ਬੱਚੇ ਜਿਹੜੇ ਗਲਤੀਆਂ ਕਰ ਰਹੇ ਆ, ਬੱਚੇ ਜਦੋਂ ਲਿਖਣ ਦੇ ਵਿੱਚ ਗਲਤੀਆਂ ਕਰ ਰਹੇ ਆ, ਸੋ ਉਹਨਾਂ ਦੇ ਜਿਹੜੀਆਂ ਗਲਤੀਆਂ ਹੈ ਜੀ ਉਹਨਾਂ ਦਾ ਜਿਹੜਾ ਰਿਸਪੌਂਡ ਹੈ ਉਹ ਟੀਚਰ ਨੂੰ ਕਿਵੇਂ ਦੇਣਾ ਚਾਹੀਦਾ ਹੈ? ਐਕਸਪਲੇਨ ਪਰਸਨਲੀ, ਵੀ ਉਹਨੂੰ ਪਰਸਨਲੀ ਬੱਚਿਆਂ ਨੂੰ ਸਾਰਿਆਂ ਨੂੰ ਸਮਝਾਵੇ, ਜਾਂ ਫਿਰ ਡਿਕਟੇਟ ਦਾ ਕਰੈਕਟ ਫਾਰਮ, ਵੀ ਉਹਨਾਂ ਨੂੰ ਮਤਲਬ ਬੋਲ ਕੇ ਦੱਸ ਦੇਵੇ ਕਿ ਇਹਦੀ ਜਿਹੜੀ ਕਰੈਕਟ ਫਾਰਮ ਹੈ ਇਹ ਹੈ, ਜਾਂ ਫਿਰ ਆਪਸ਼ਨ ਨੰਬਰ ਸੀ ਸਿੰਪਲੀ ਕਰੈਕਟ ਦਾ ਐਰਰਸ, ਵੀ ਸਿੱਧੇ ਤਰੀਕੇ ਨਾਲ ਜਿਹੜੇ ਵੀ ਗਲਤੀਆਂ ਕੀਤੀਆਂ ਗਈਆਂ ਬੱਚੇ ਦੁਆਰਾ ਉਹਨਾਂ ਨੂੰ ਸਹੀ ਕਰ ਦਿੱਤਾ ਜਾਵੇ, ਜਾਂ ਫਿਰ ਆਪਸ਼ਨ ਨੰਬਰ ਡੀ ਡਿਸਕਸ ਇਨ ਕਲਾਸ ਵਿਦਆਊਟ ਮੈਂਸ਼ਨਿੰਗ ਨੇਮਸ ਆਫ ਦਾ ਲਰਨਰਸ, ਕਿ ਜਿਹੜੇ ਬੱਚੇ ਨੇ ਗਲਤੀ ਕੀਤੀ ਹੈ ਉਹਦੀ ਗਲਤੀ ਨੂੰ ਸੁਧਾਰ ਦਿਓ ਕਲਾਸ ਦੇ ਵਿੱਚ ਦੱਸਦੇ ਹੋਏ, ਬਟ ਉਸ ਬੱਚੇ ਦਾ ਨਾਮ ਨਾ ਲਾਓ। ਸੋ ਕਿਹੜਾ ਜਵਾਬ ਸਹੀ ਹੋ ਸਕਦਾ ਹੈ ਜੀ? ਸੋ ਕਈ ਵਾਰ ਆਪਾਂ ਨੂੰ ਕੀ ਕਰਨਾ ਪੈਂਦਾ ਹੈ, ਬੱਚਿਆਂ ਦੀਆਂ ਗਲਤੀਆਂ ਹੁੰਦੀਆਂ ਨੇ ਜੀ, ਆਪਾਂ ਨੂੰ ਉਹ ਨਹੀਂ ਦੱਸਣੀਆਂ ਹੁੰਦੀਆਂ, ਕਈ ਵਾਰ ਆਪਾਂ ਬਸ ਵੈਸੇ ਹੀ ਉਹਦੀ ਕਰੈਕਸ਼ਨ ਕਰ ਦੇਣੀ ਹੁੰਦੀ ਹੈ ਤੇ ਕਲਾਸ ਦੇ ਵਿੱਚ ਦੱਸ ਵੀ ਦੇਣਾ ਹੁੰਦਾ ਹੈ। ਇਹਦੇ ਨਾਲ ਹੋਏਗਾ ਕਿ ਇੱਕ ਤਾਂ ਬੱਚੇ ਨੂੰ ਐਮਬੈਰਸਮੈਂਟ ਨਹੀਂ ਫੀਲ ਹੋਏਗੀ, ਤੇ ਇਹਦੇ ਨਾਲ ਹੀ ਜਿਹੜਾ ਬੱਚਾ ਹੋਏਗਾ ਆਪਦੀ ਗਲਤੀ ਨੂੰ ਵੀ ਸੁਧਾਰ ਲਏਗਾ, ਤੇ ਸਾਰੇ ਬੱਚਿਆਂ ਨੂੰ ਵੀ, ਕਿਉਂਕਿ ਉਹ ਸੇਮ ਗਲਤੀ ਹੋਰ ਬੱਚਿਆਂ ਨੇ ਵੀ ਕੀਤੀ ਹੋ ਸਕਦੀ ਹੈ, ਤੇ ਉਹਨਾਂ ਬੱਚਿਆਂ ਨੂੰ ਵੀ ਪਤਾ ਲੱਗ ਜਾਏਗਾ ਕਿ ਅੱਛਾ ਕਿ ਐਵੇਂ ਲਿਖ ਸਕਦੇ ਆ ਆਪਾਂ ਵੀ ਇਹ ਗਲਤੀ ਸੀਗੀ, ਇਹਨੂੰ ਸਹੀ ਕਰ ਲਓ। ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਰਿਮੀਡੀਅਲ ਟੀਚਿੰਗ ਇਨ ਦ ਏਰੀਆ ਆਫ ਸਪੈਲਿੰਗ ਪ੍ਰਾਇਮਰਲੀ ਰਿਕੁਆਇਰਸ। ਰਿਮੀਡੀਅਲ ਟੀਚਿੰਗ ਕੀ ਹੁੰਦੀ ਹੈ ਜੀ, ਇਹਦੇ ਬਾਰੇ ਆਪਾਂ ਗੱਲ ਕੀਤੀ ਸੀਗੀ। ਸੋ ਰਿਮੀਡੀਅਲ ਜਿਹੜੀ ਟੀਚਿੰਗ ਕਰਵਾਈ ਜਾਂਦੀ ਹੈ ਏਰੀਆ ਆਫ ਸਪੈਲਿੰਗ, ਮੰਨ ਲਓ ਕਿ ਬੱਚਿਆਂ ਦੇ ਵਿੱਚ ਸਪੈਲਿੰਗ ਮਿਸਟੇਕ ਹੈ, ਠੀਕ ਹੈ ਜੀ, ਬੱਚੇ ਮਤਲਬ ਕਿ ਕਾਫੀ ਜ਼ਿਆਦਾ ਸਪੈਲਿੰਗ ਮਿਸਟੇਕ ਕਰ ਰਹੇ ਆ। ਸੋ ਜੇਕਰ ਤੁਸੀਂ ਬੱਚਿਆਂ ਦੀਆਂ ਸਪੈਲਿੰਗ ਮਿਸਟੇਕ ਨੂੰ ਸਹੀ ਕਰਨਾ ਹੈ ਜਾਂ ਫਿਰ ਉਹਨਾਂ ਦੇ ਗੈਪ ਨੂੰ ਸਹੀ ਕਰਨਾ ਹੈ, ਸੋ ਤੁਸੀਂ ਉਹਨੂੰ ਕਿਵੇਂ ਸਹੀ ਕਰ ਸਕਦੇ ਹੋ? ਇਹਦੇ ਨਾਲ ਆਪਸ਼ਨ ਨੰਬਰ ਏ ਵੇਖੋ, ਆਸਕਿੰਗ ਦ ਲਰਨਰਸ ਟੂ ਰਾਈਟ ਦ ਕਰੈਕਟ ਸਪੈਲਿੰਗਸ ਮੈਨੀ ਟਾਈਮ, ਕਿ ਆਪਾਂ ਬੱਚਿਆਂ ਨੂੰ ਕਵਾਂਗੇ ਕਿ ਜਿਹੜੇ ਵੀ ਤੁਸੀਂ ਗਲਤ ਸਪੈਲਿੰਗ ਲਿਖੇ ਆ ਨਾ ਉਹਨੂੰ ਸਹੀ ਕਰਕੇ ਤੁਸੀਂ ਵਾਰ-ਵਾਰ ਲਿਖੋ, ਜਾਂ ਫਿਰ ਆਪਸ਼ਨ ਨੰਬਰ ਬੀ गिविंग डिक्टेशन ऑफ डिफिकल्ट वर्ड्स, कि ਜਿਹੜੇ ਵੀ ਗਲਤ ਵਰਡ ਲਿਖੇ ਗਏ ਆ ਨਾ ਤੁਸੀਂ ਉਹਨਾਂ ਦੀ ਡਿਕਟੇਸ਼ਨ ਲਿਖੋ, ਠੀਕ ਹੈ ਨਾ, ਆਪਾਂ ਲਿਖਾਵਾਂਗੇ ਉਹਨਾਂ ਨੂੰ, ਜਾਂ ਫਿਰ ਆਪਸ਼ਨ ਨੰਬਰ ਸੀ ਡਾਇਗਨੋਸਿੰਗ ਐਂਡ ਐਡਰੈਸਿੰਗ ਗੈਪਸ ਇਨ ਲਰਨਿੰਗ, ਕਿ ਆਪਾਂ ਕੀ ਕਰਾਂਗੇ, ਡਾਇਗਨੋਸ ਕਰਾਂਗੇ ਬੱਚਿਆਂ ਨੂੰ, ਕਿ ਵੇਖਾਂਗੇ ਕਿ ਕਿਹੜੇ ਬੱਚੇ ਨੇ ਆਪਾਂ ਜਿੰਨਾ ਕੁਝ ਪੜ੍ਹਾ ਦਿੱਤਾ ਹੈ ਤੇ ਬੱਚਿਆਂ ਨੂੰ ਕਿੰਨਾ ਨਹੀਂ ਸਮਝ ਲੱਗਾ, ਆਪਾਂ ਜਿੰਨਾ ਵੀ ਗੈਪ ਰਹਿੰਦਾ ਹੈ ਉਹਦੇ ਆਧਾਰ ਤੇ ਆਪਾਂ ਰਿਮੀਡੀਅਲ ਟੀਚਿੰਗ ਕਰਾਂਗੇ, ਜਾਂ ਫਿਰ ਆਪਸ਼ਨ ਨੰਬਰ ਡੀ
telling the learners about the formation of letters and words कि ਬੱਚਿਆਂ ਨੂੰ ਆਪਾਂ ਕੀ ਕਰਾਂਗੇ ਆਪਾਂ ਬੱਚਿਆਂ ਨੂੰ ਦੱਸਾਂਗੇ ਕਿ ਇਹ ਫਾਰਮੇਸ਼ਨ ਕਿਵੇਂ ਕਰਨੀ ਹੈ ਲੈਟਰਸ ਦੀ ਜਿਹੜੇ ਅੱਖਰ ਹੈਗੇ ਉਹਨਾਂ ਨੂੰ ਜੋੜ ਕੇ ਕਿਵੇਂ ਲਿਖਣਾ ਹੈ ਉਹਨਾਂ ਤੋਂ ਵਰਡਸ ਕਿਵੇਂ ਬਣਾਉਣੇ ਆ ਸੋ ਦੋਸਤੋ ਦੱਸੋ ਉਮੀਦ ਕਰਦਾ ਤੁਸੀਂ ਇਹਦਾ ਜਵਾਬ ਦੇ ਦਿੱਤਾ ਹੋਵੇਗਾ ਆਪਸ਼ਨ ਨੰਬਰ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਸੀ ਆਪਸ਼ਨ ਨੰਬਰ ਸੀ ਕਿਉਂ ਹੈ ਜੀ ਰਿਮੀਡੀਅਲ ਟੀਚਿੰਗ ਆਪਾਂ ਕਰਦੇ ਹੀ ਕਦੋਂ ਆ ਵੈਸੇ ਆਪਾਂ ਡਾਇਗਨੋਸ ਟੈਸਟ ਲੈਣੇ ਆ ਉਸ ਤੋਂ ਬਾਅਦ ਹੀ ਆਪਾਂ ਰਿਮੀਡੀਅਲ ਟੀਚਿੰਗ ਕਰਦੇ ਆ ਸੋ ਆਪਾਂ ਕੀ ਕੀਤਾ ਜੀ ਡਾਇਗਨੋਸਿੰਗ ਦੇ ਵਿੱਚ ਆਪਾਂ ਮੇਨਲੀ ਇਹ ਵੇਖਿਆ ਕਿ ਬੱਚਿਆਂ ਨੂੰ ਕਿੰਨਾ ਕੁਝ ਆਉਂਦਾ ਹੈ ਕਿੰਨਾ ਕੁਝ ਨਹੀਂ ਆਉਂਦਾ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਨਹੀਂ ਆਉਂਦੀਆਂ ਜਾਂ ਫਿਰ ਮੰਨ ਲਓ ਕਿ ਜਿਹੜਾ ਵੀ ਗੈਪ ਹੈਗਾ ਆ ਜੋ ਕੁਝ ਆਪਾਂ ਟੀਚ ਕਰ ਚੁੱਕੇ ਆ ਤੇ ਉਹਨਾਂ ਨੂੰ ਨਹੀਂ ਆਉਂਦਾ ਆਪਾਂ ਉਹਦੇ ਲਈ ਰਿਮੀਡੀਅਲ ਟੀਚਿੰਗ ਕਰਦੇ ਹੁੰਨੇ ਆ ਰਿਮੀਡੀਅਲ ਕਲਾਸਿਸ ਲੈਂਦੇ ਹੁੰਨੇ ਆ ਜੇਕਰ ਬੱਚੇ ਨੂੰ ਸਪੈਲਿੰਗ ਨਹੀਂ ਆ ਰਹੇ ਤੇ ਆਪਾਂ ਜਿਹੜਾ ਸਾਰਾ ਗੈਪ ਹੋਊਗਾ ਜੀ ਆਪਾਂ ਉਹਦੇ ਲਈ ਮੇਨਲੀ ਕੀ ਕਰਾਂਗੇ ਜੀ ਡਾਇਗਨੋਸਿੰਗ ਟੈਸਟ ਕਰਨ ਤੋਂ ਬਾਅਦ ਆਪਾਂ ਜਿਹੜਾ ਵੀ ਗੈਪ ਹੋਏਗਾ ਜੀ ਉਹਨੂੰ ਐਡਰੈਸ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਰਿਮੀਡੀਅਲ ਟੀਚ ਦੇ ਵਿੱਚ ਸਾਰਾ ਕੁਝ ਉਹਨੂੰ ਦੱਸਾਂਗੇ ਕਿਉਂਕਿ ਰਿਮੀਡੀਅਲ ਟੀਚਿੰਗ ਤਾਂ ਤੁਸੀਂ ਫੇਰ ਹੀ ਕਰੋਗੇ ਨਾ ਜੇਕਰ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਵੀ ਬੱਚੇ ਦੇ ਵਿੱਚ ਇਹ ਮਿਸਟੇਕ ਹੈਗੀ ਆ ਕਿੱਥੇ ਗੈਪ ਆ ਇਹ ਤੁਹਾਨੂੰ ਕਿਵੇਂ ਪਤਾ ਲੱਗੂਗਾ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਹਾਂ ਵੀ ਠੀਕ ਹੈ ਸਪੈਲਿੰਗ ਪ੍ਰਾਇਮਰਲੀ ਰਿਕੁਆਇਰਸ ਬਟ ਉਹ ਤੁਸੀਂ ਚੈੱਕ ਕਿਵੇਂ ਕਰੋਗੇ ਉਹਦੇ ਲਈ ਤੁਹਾਨੂੰ ਇੱਕ ਡਾਇਗਨੋਸਿੰਗ ਜਿਹੜਾ ਟੈਸਟ ਹੈ ਉਹ ਤਾਂ ਲੈਣਾ ਹੀ ਪੈਣਾ ਨਾ ਤੇ ਉਹਨਾਂ ਦੇ ਜਿਹੜੇ ਗੈਪਸ ਹੈਗੇ ਆ ਜੀ ਉਹਨਾਂ ਨੂੰ ਐਡਰੈਸ ਕਰਨਾ ਪੈਣਾ ਸੋ ਆਪਸ਼ਨ ਨੰਬਰ ਸੀ ਨੂੰ ਕਰੋ ਟਿਕ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈ ਜੀ ਡਿਕਟੇਸ਼ਨ ਇਜ਼ ਇੰਪੋਰਟੈਂਟ ਟੂ डिक्टेशन है जी इंपॉर्टेंट क्यों है assesses learners listening skill find out learners spelling errors या फिर ऑप्शन नंबर सी assesses learners writing speed या फिर ऑप्शन नंबर डी improve learners writing सो डिक्टेशन ਜਿਹੜੀ ਹੈ ਇਹ ਜ਼ਰੂਰੀ ਕਿਉਂ ਹੈ ਵੈਸੇ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਡਿਕਟੇਸ਼ਨ ਕੀ ਹੁੰਦੀ ਹੈ ਆਪਾਂ ਜਦੋਂ ਬੱਚਿਆਂ ਨੂੰ ਲਿਖਾਉਂਦੇ ਨਹੀਂ ਹੁੰਦੇ ਵਰਡਸ ਵਗੈਰਾ ਜਦੋਂ ਬੱਚੇ ਵਰਡਸ ਵਗੈਰਾ ਲਿਖਦੇ ਹੁੰਦੇ ਆ ਉਹਨੂੰ ਆਪਾਂ ਡਿਕਟੇਸ਼ਨ ਕਹਿੰਦੇ ਆ ਤੇ ਮੇਨਲੀ ਉਹਦੇ ਵਿੱਚ ਕਰ ਕੀ ਰਹੇ ਹੁੰਦੇ ਆ ਬੱਚੇ ਲਿਖ ਰਹੇ ਹੁੰਦੇ ਆ ਹੁਣ ਤੁਸੀਂ ਫਿਰ ਇਹ ਨਾ ਲਿਖਦੇ ਹੋ ਕਿ ਬੱਚਿਆਂ ਦੀ ਰਾਈਟਿੰਗ ਸਪੀਡ ਜਾਂ ਰਾਈਟਿੰਗ ਵੇਖਣ ਲਈ ਹੀ ਆਪਾਂ ਬੱਚਿਆਂ ਤੋਂ ਕਹਿ ਲਓ ਡਿਕਟੇਸ਼ਨ ਕਰਾਉਨੇ ਆ ਰਾਈਟਿੰਗ ਦੇ ਵਿੱਚ ਤਾਂ ਫਿਰ ਆਪਾਂ ਕਾਫੀ ਕੁਝ ਉਹਨੂੰ ਪੈਰਾਗ੍ਰਾਫ ਲਿਖਣ ਲਈ ਦੇ ਸਕਦੇ ਹਾਂ ਸਟੋਰੀ ਲਿਖਣ ਲਈ ਦੇ ਸਕਦੇ ਹਾਂ ਰਾਈਟਿੰਗ ਸਪੀਡ ਸੁਧਾਰਨ ਲਈ ਜਾਂ ਫਿਰ ਰਾਈਟਿੰਗ ਸੁਧਾਰਨ ਲਈ ਆਪਾਂ ਥੋੜੇ ਵਰਡ ਹੀ ਕਿਉਂ ਲਿਖਾਵਾਂਗੇ ਸੋ ਆਪਸ਼ਨ ਨੰਬਰ ਸੀ ਤੇ ਡੀ ਤਾਂ ਐਲੀਮੀਨੇਟ ਹੋ ਗਏ ਬਟ ਜੇਕਰ ਤੁਸੀਂ ਆਪਸ਼ਨ ਨੰਬਰ ਬੀ ਵੇਖੋ ਫਾਈਂਡ ਆਊਟ ਲਰਨਰਸ ਸਪੈਲਿੰਗ ਐਰਰਸ ਸੋ ਤੁਹਾਨੂੰ ਕੀ ਲੱਗਦਾ ਵੀ ਇਹ ਕੁਝ ਹੱਦ ਤੱਕ ਸਹੀ ਹੋ ਸਕਦਾ ਹੈ ਵੇਖਦੇ ਹਾਂ ਬਟ ਆਪਸ਼ਨ ਨੰਬਰ ਏ ਵੇਖੋ ਜਦੋਂ ਵੀ ਆਪਾਂ ਬੱਚਿਆਂ ਨੂੰ ਡਿਕਟੇਸ਼ਨ ਲਿਖਾਉਨੇ ਆ ਤੇ ਬੱਚਾ ਕੀ ਕਰਦਾ ਹੈ ਆਪਣੀਆਂ ਗੱਲਾਂ ਨੂੰ ਸੁਣ ਕੇ ਲਿਖ ਰਿਹਾ ਹੁੰਦਾ ਸੋ ਜਦੋਂ ਵੀ ਉਹ ਲਿਖ ਰਿਹਾ ਹੋਏਗਾ ਜੇਕਰ ਉਹਨੇ ਸਹੀ ਤਰ੍ਹਾਂ ਸੁਣਿਆ ਹੀ ਨਹੀਂ ਤੇ ਫਿਰ ਉਹ ਲਿਖੇਗਾ ਕਿਵੇਂ ਸੋ ਮੇਨਲੀ ਆਪਾਂ ਬੱਚੇ ਦੀ ਜਿਹੜੀ ਲਿਸਨਿੰਗ ਸਕਿੱਲ ਹੁੰਦੀ ਆ ਨਾ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਡਿਕਟੇਸ਼ਨ ਤਾਂ ਲਿਖਵਾਈ ਜਾਂਦੀ ਹੈ ਠੀਕ ਹੈ ਜੀ ਸੋ ਆਪਸ਼ਨ ਨੰਬਰ ਏ ਤੁਹਾਡਾ ਸਹੀ ਜਵਾਬ ਹੈ ਜੀ ਐਂਡ ਤੁਸੀਂ ਬੀ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਵੈਸੇ ਜੇ ਆਪਾਂ ਵੇਖੀਏ ਤਾਂ ਲੌਜੀਕਲੀ ਦੋਨੇ ਹੀ ਸਹੀ ਬਣਦੇ ਆ ਵੈਸੇ ਤਾਂ ਬਟ ਆਪਾਂ ਏ ਤੇ ਵੀ ਟਿਕ ਲਗਾ ਦਿੰਨੇ ਆ ਤੇ ਬੀ ਤੇ ਵੀ ਟਿਕ ਲਗਾ ਦਿੰਨੇ ਆ ਮੈਨੂੰ ਲੱਗਦਾ ਨਹੀਂ ਵੈਸੇ ਇਹੋ ਜਿਹਾ ਪ੍ਰਸ਼ਨ ਤੁਹਾਡੇ ਐਗਜ਼ਾਮ ਦੇ ਵਿੱਚ ਬਣ ਸਕਦਾ ਉਹਨਾਂ ਦੇ ਵਿੱਚੋਂ ਮੋਸਟ ਪ੍ਰੋਬੇਬਲੀ ਇੱਕ ਪ੍ਰਸ਼ਨ ਇੱਕ ਆਪਸ਼ਨ ਹੀ ਦਿੱਤੀ ਹੋਊਗੀ ਸੋ ਇੱਕ ਵਾਰ ਤੁਸੀਂ ਇੱਕ ਆਹ ਵਾਲੇ ਪ੍ਰਸ਼ਨ ਨੂੰ ਥੋੜਾ ਜਿਹਾ ਡਾਊਟ ਤੇ ਰੱਖ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਵੈਸੇ ਤਾਂ ਇਹ ਪ੍ਰੀਵੀਅਸ ਈਅਰ ਹੈ ਇਹਦੇ ਵਿੱਚ ਵੀ ਕਈ ਵਾਰ ਨਾ ਕਨਫਿਊਜ਼ਨ ਵਾਲੇ ਕੁਐਸਚਨ ਪਾ ਦਿੰਦੇ ਆ ਜਿੱਥੇ ਉਹਨਾਂ ਨੂੰ ਖੁਦ ਨੂੰ ਡਿਸਾਈਡ ਕਰਨਾ ਔਖਾ ਹੋ ਜਾਂਦਾ ਕਿ ਆਪਾਂ ਇਹਦਾ ਸਹੀ ਜਵਾਬ ਕਿਹੜਾ ਦਈਏ ਡਿਕਟੇਸ਼ਨ ਦੇ ਵਿੱਚ ਇਹ ਦੋਨੇ ਜਿਹੜੀਆਂ ਚੀਜ਼ਾਂ ਨੇ ਜੇ ਨਾਲ ਹੀ ਚੱਲਦੀਆਂ ਨੇ ਸੋ ਇੱਕ ਵਾਰ ਤੁਸੀਂ ਇਸ ਪ੍ਰਸ਼ਨ ਨੂੰ ਤੁਸੀਂ ਛੱਡ ਵੀ ਸਕਦੇ ਹੋ ਇਹਦਾ ਮੈਂ ਤੁਹਾਨੂੰ ਮਤਲਬ ਦੋਵਾਂ ਦੇ ਵਿੱਚੋਂ ਆਪਾਂ ਕੋਈ ਵੀ ਲਗਾ ਸਕਦੇ ਹਾਂ ਸੋ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈ A learner does not have language comprehension problem if he ਇੱਕ ਜਿਹੜਾ ਲਰਨਰ ਹੈ does not have language comprehension ਅੱਗੇ ਵੇਖਦੇ ਹਾਂ ਜੀ ਕੀ ਲਿਖਿਆ ਹੋਇਆ easily copes up with subject other than immediate priorities option number B normally understand idiomatic utterances option number C able to use grammatical cues to extrapolate meaning option number D able to grasp the broad idea of the given text ਸੋ ਇਹਦੇ ਵਿੱਚ ਕੀ ਪੁੱਛਿਆ ਜਾ ਰਿਹਾ ਹੈ ਕੰਪਰੀਹੈਂਸ਼ਨ ਕੀ ਹੁੰਦਾ ਮਤਲਬ ਜੋ ਕੁਝ ਵੀ ਪੈਰਾਗ੍ਰਾਫ ਦਿੱਤਾ ਹੋਇਆ ਤੁਸੀਂ ਉਹਨਾਂ ਨੂੰ ਸਮਝ ਪਾ ਰਹੇ ਹੋ ਜਾਂ ਨਹੀਂ ਸਮਝ ਪਾ ਰਹੇ ਹੋ ਸੋ ਇੱਕ ਜਿਹੜਾ ਲਰਨਰ ਹੈ ਜੇਕਰ ਉਹ ਲੈਂਗੁਏਜ ਕੰਪਰੀਹੈਂਸ਼ਨ ਪ੍ਰੋਬਲਮ ਹੈ ਮਤਲਬ ਕਿ ਇੱਥੇ ਇਹਨਾਂ ਨੇ ਡਸ ਨਾਟ ਲਾਇਆ ਹੋਇਆ ਕਿ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਇੱਕ ਜਿਹੜਾ ਸਟੂਡੈਂਟ ਹੈ ਉਹਨੇ ਕੋਈ ਪੈਰਾਗ੍ਰਾਫ ਪੜ੍ਹਿਆ ਤੇ ਉਹ ਮਤਲਬ ਉਹ ਸਾਰੀਆਂ ਚੀਜ਼ਾਂ ਸਮਝ ਪਾ ਰਿਹਾ ਕਦੋਂ ਜਦੋਂ ਆਪਸ਼ਨ ਦਿੱਤੀਆਂ ਹੋਈਆਂ ਹੁਣ easily cops up with subject other than immediate priorities ਆਪਾਂ ਕੋਈ ਵੀ ਸਬਜੈਕਟ ਪੜ੍ਹ ਰਿਹਾ ਹੋਊਗਾ ਪ੍ਰਾਇੋਰਟੀ ਨੂੰ ਇਗਨੋਰ ਕਰਦੇ ਹੋਏ ਮਤਲਬ ਕਿ ਉਸ ਮੁਕਾਬਲੇ ਉਹ ਚੀਜ਼ਾਂ ਨੂੰ cops up ਕਰ ਪਾ ਰਿਹਾ ਮਤਲਬ ਕਿ ਆਸਾਨੀ ਨਾਲ ਜਿਹੜਾ ਸਬਜੈਕਟ ਹੈ ਜੀ ਉਹਨੂੰ ਫੇਸ ਕਰ ਰਿਹਾ ਆਪਸ਼ਨ ਨੰਬਰ ਬੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਨਾਰਮਲੀ ਅੰਡਰਸਟੈਂਡ ਇਡੀਓਮੈਟਿਕ ਅਟਰੈਂਸਸ ਇਡੀਓਮੈਟਿਕਸ ਕੀ ਹੁੰਦੇ ਨੇ ਜੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਈਡੀਅਮ ਬੇਸਡ ਜਿਹੜੇ ਉਹਦੇ ਵਿੱਚ ਗੱਲਾਂ ਲਿਖੀਆਂ ਹੋਣਗੀਆਂ ਉਹਨਾਂ ਨੂੰ ਸਮਝ ਲਵੇਗਾ ਆਪਸ਼ਨ ਨੰਬਰ ਸੀ ਦੇ ਵਿੱਚ ਲਿਖਿਆ ਹੋਇਆ ਏਬਲ ਟੂ ਯੂਜ਼ ਗ੍ਰਾਮੈਟੀਕਲ ਕਿਊਜ਼ ਟੂ ਐਕਸਟਰਾਪੋਲੇਟ ਮੀਨਿੰਗਸ ਕਿ ਉਹਦੇ ਵਿੱਚ ਗ੍ਰਾਮੈਟੀਕਲ ਕਿਊਜ਼ ਦੀ ਵਰਤੋਂ ਨਾਲ ਕੀ ਕਰ ਲੂਗਾ ਜੀ ਉਹਦੇ ਵਿੱਚ ਜਿਹੜਾ ਮੀਨਿੰਗ ਹੈ ਜੀ ਉਹ ਸਮਝਣ ਦੀ ਕੋਸ਼ਿਸ਼ ਕਰੂਗਾ ਜਾਂ ਫਿਰ ਕਹਿ ਲਓ ਆਪਸ਼ਨ ਨੰਬਰ ਡੀ able to grasp the broad idea of the given text ਜਦੋਂ ਤੁਹਾਨੂੰ ਵੀ ਕੰਪਰੀਹੈਂਸ਼ਨ ਹੁੰਦੇ ਆ ਵੀ ਤੁਹਾਡਾ ਮੇਨ ਜਿਹੜਾ
ਮੋਟਿਵ ਹੁੰਦਾ ਉਹ ਕੀ ਹੁੰਦਾ ਹੈ ਕਿ ਤੁਸੀਂ ਉਹਦੇ ਵਿੱਚ ਜਿਹੜਾ ਟੈਕਸਟ ਦਿੱਤਾ ਹੋਇਆ ਨਾ ਵੀ ਉਹਦੇ ਵਿੱਚ ਇੱਕ ਜਿਹੜਾ ਬ੍ਰੌਡ ਆਈਡੀਆ ਹੈ ਉਹ ਲਗਾ ਸਕੋ ਕਿ ਇਹਦੇ ਵਿੱਚ ਲਿਖਿਆ ਕੀ ਹੋਇਆ, ਇਹਦੇ ਵਿੱਚ ਗੱਲ ਕੀ ਲਿਖੀ ਹੋਈ ਹੈ। ਜਦੋਂ ਤੁਹਾਨੂੰ ਉਹ ਪਤਾ ਲੱਗ ਗਿਆ ਤੇ ਜਿੰਨੇ ਵੀ ਪ੍ਰਸ਼ਨ ਹੋਣਗੇ ਤੁਸੀਂ ਉਹਨਾਂ ਨੂੰ ਸੋਲਵ ਕਰ ਸਕਦੇ ਹੋ। ਸੋ ਮੇਨਲੀ ਅਸੀਂ ਜੇਕਰ ਕਿਸੇ ਬੱਚੇ ਦੇ ਵਿੱਚ ਇਹ ਚੀਜ਼ਾਂ ਵੇਖਣੀਆਂ ਹੋਣ ਕਿ ਬੱਚੇ ਦੇ ਵਿੱਚ ਜਿਹੜੀ ਕੰਪਰੀਹੈਂਸ਼ਨ ਹੈ ਉਹ ਨਹੀਂ ਹੈ, ਸੋ ਕਿਸੇ ਬੱਚੇ ਦੇ ਵਿੱਚ ਜਿਹੜੀ ਲੈਂਗੁਏਜ ਕੰਪਰੀਹੈਂਸ਼ਨ ਦੀ ਸਮੱਸਿਆ ਉਦੋਂ ਨਹੀਂ ਹੋਵੇਗੀ ਜਦੋਂ ਉਹ ਗ੍ਰਾਸਪ ਕਰ ਪਾਏਗਾ ਜਿਹੜਾ ਵੀ ਬ੍ਰੌਡ ਆਈਡੀਆ ਹੋਊਗਾ, ਜਿਹੜਾ ਵੀ ਗਿਵਨ ਟੈਕਸਟ ਹੋਣਾ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਜੇਕਰ ਤੁਸੀਂ ਆਪਸ਼ਨ ਨੰਬਰ ਏ, ਬੀ ਤੇ ਸੀ ਨੂੰ ਵੇਖੋ, ਸੋ ਇਹ ਬਹੁਤ ਹੀ ਲਿਮਿਟਡ ਜੀਆਂ ਗੱਲਾਂ ਦੱਸ ਰਹੀ ਹੈ। ਲਿਮਿਟਡ ਜੀਆਂ ਕਿਉਂ? ਕਿਉਂਕਿ ਇਹਦੇ ਵਿੱਚ ਮੇਨਲੀ ਸੈਂਟੈਂਸ ਦੀ ਗੱਲ ਕੀਤੀ ਜਾ ਰਹੀ ਹੈ ਤੇ ਆਪਸ਼ਨ ਨੰਬਰ ਡੀ ਦੇ ਵਿੱਚ ਅੰਡਰਸਟੈਂਡਿੰਗ ਦੀ ਗੱਲ ਕੀਤੀ ਜਾ ਰਹੀ ਹੈ, ਪੂਰੇ ਕੰਪਰੀਹੈਂਸ਼ਨ ਦੀ ਹੀ ਗੱਲ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਇੱਕ ਬ੍ਰੌਡ ਆਈਡੀਆ ਹੋ ਜਾਏਗਾ ਕਿ ਉਸ ਪੈਰਾਗ੍ਰਾਫ ਦੇ ਵਿੱਚ ਦਿੱਤਾ ਕੀ ਗਿਆ ਸੀਗਾ। ਸੋ ਆਪਸ਼ਨ ਨੰਬਰ ਡੀ ਤੇ ਕਰੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਇਨ ਦਾ ਡਾਇਰੈਕਟ ਮੈਥਡ ਆਫ ਟੀਚਿੰਗ ਇੰਗਲਿਸ਼ ਦਾ ਫੋਕਸ ਇਜ਼ ਔਨ। ਸੋ ਵੈਸੇ ਤੁਹਾਨੂੰ ਪਤਾ ਹੋਊਗਾ ਕਿ ਅੰਗਰੇਜ਼ੀ ਪੜ੍ਹਾਉਣ ਲਈ 2-3 ਮੈਥਡ ਹੁੰਦੇ ਆ, ਜਿਵੇਂ ਕਿ ਇੱਕ ਹੋ ਗਿਆ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ, ਡਾਇਰੈਕਟ ਮੈਥਡ, ਬਾਇਲਿੰਗੁਅਲ ਮੈਥਡ। ਬਾਇਲਿੰਗੁਅਲ ਮੈਥਡ ਨੂੰ ਤੁਸੀਂ ਮਾਡਰਨ ਡੇ ਮੈਥਡ ਵੀ ਕਹਿੰਦੇ ਹੋ। ਸੋ ਇਹ ਜਿਹੜੇ ਸਾਰੇ ਮੈਥਡ ਹੈਗੇ ਅੰਗਰੇਜ਼ੀ ਪੜ੍ਹਾਉਣ ਦੇ, ਇਹਦੇ ਵਿੱਚੋਂ ਤੁਹਾਨੂੰ ਡਾਇਰੈਕਟ ਮੈਥਡ ਪੁੱਛਿਆ ਜਾ ਰਿਹਾ ਕਿ ਇਹਦੇ ਵਿੱਚ ਮੇਨਲੀ ਜਿਹੜਾ ਫੋਕਸ ਕੀਤਾ ਜਾਂਦਾ ਉਹ ਕਿਹਦੇ ਤੇ ਕੀਤਾ ਜਾਂਦਾ, ਕਿ ਉਹ ਗ੍ਰਾਮਰ ਤੇ ਕੀਤਾ ਜਾਂਦਾ ਹੈ, ਕਿ ਉਹ ਸਟਰਕਚਰ ਤੇ ਕੀਤਾ ਜਾਂਦਾ ਹੈ, ਕਿ ਉਹ ਰੀਡਿੰਗ ਤੇ ਜਾਂ ਫਿਰ ਕਮਿਊਨੀਕੇਸ਼ਨ ਤੇ। ਤੇ ਡਾਇਰੈਕਟ ਜਿਹੜਾ ਮੈਥਡ ਹੁੰਦਾ ਨਾ, ਇਹਦੇ ਵਿੱਚ ਆਪਾਂ ਸਿੱਧਾ ਟਾਰਗੇਟ ਲੈਂਗੁਏਜ ਦੇ ਵਿੱਚ ਹੀ ਆਪਾਂ ਬੱਚੇ ਨੂੰ ਕਮਾਂਡ ਦਿੰਨੇ ਆ। ਜਿਵੇਂ ਮੰਨ ਲਓ ਕਿ ਆਪਾਂ ਬੱਚੇ ਨੂੰ ਅੰਗਰੇਜ਼ੀ ਸਿਖਾਉਣੀ ਆ ਤੇ ਆਪਾਂ ਉਹਦੇ ਵਿੱਚ ਪੰਜਾਬੀ ਦੀ ਵਰਤੋਂ ਨਹੀਂ ਕਰਨੀ, ਉਹਦੇ ਵਿੱਚ ਸਿਰਫ ਆਪਾਂ ਅੰਗਰੇਜ਼ੀ ਦੀ ਹੀ ਵਰਤੋਂ ਕਰਾਂਗੇ। ਉਹਨੂੰ ਜਿਹੜਾ এনवायरमेंट ਪ੍ਰੋਵਾਈਡ ਕਰਾਵਾਂਗੇ ਉਹਦੇ ਵਿੱਚ ਸਾਰਾ ਕੁਝ ਅੰਗਰੇਜ਼ੀ ਦੇ ਵਿੱਚ ਹੀ ਹੋਊਗਾ। ਸੋ ਇਹਦੇ ਵਿੱਚ ਆਪਾਂ ਕੀ ਕਰਦੇ ਆ ਜੀ, ਉਹਦੇ ਵਿੱਚ ਗ੍ਰਾਮਰ ਤੇ ਵੀ ਨਹੀਂ ਆਪਾਂ ਇਹਨਾਂ ਜ਼ੋਰ ਦਿੰਦੇ, ਨਾ ਸਟਰਕਚਰ ਤੇ ਨਾ ਰੀਡਿੰਗ ਤੇ, ਮੇਨਲੀ ਆਪਾਂ ਕਮਿਊਨੀਕੇਸ਼ਨ ਤੇ ਜਿਹੜਾ ਜ਼ੋਰ ਹੈ ਜੀ ਉਹ ਦਿੰਨੇ ਆ। ਠੀਕ ਹੈ ਜੀ। ਸੋ ਆਪਸ਼ਨ ਨੰਬਰ ਇੱਥੇ ਜਿਹੜਾ ਡੀ ਹੈ ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ, ਵਾਈਲ ਇਵੈਲੂਏਟਿੰਗ ਰੈਸਿਟੇਸ਼ਨ ਆਫ ਪੋਇਮਸ, ਰੈਸਿਟੇਸ਼ਨ ਆਫ ਪੋਇਮ ਦ ਟੀਚਰ ਸ਼ੁੱਡ ਫੋਕਸ ਮੋਰ ਔਨ ਦ ਲਰਨਰਸ। ਕਿ ਜਦੋਂ ਵੀ ਬੱਚੇ ਦੀ ਕੀ ਕੀਤੀ ਜਾ ਰਹੀ ਹੈ ਜੀ, ਇਵੈਲੂਏਸ਼ਨ ਕੀਤੀ ਜਾ ਰਹੀ ਹੈ ਕਾਦੀ, ਰੈਸਿਟੇਸ਼ਨ ਦੀ। ਜਦੋਂ ਬੱਚਾ ਮਤਲਬ ਪੋਇਮ ਪੜ੍ਹ ਰਿਹਾ ਸੀਗਾ ਤੇ ਟੀਚਰ ਨੂੰ ਕਿਹੜੀ ਗੱਲ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ, ਜਿਹੜਾ ਕਿ ਲਰਨਰ ਹੈ ਸਟੂਡੈਂਟ ਦੀ, ਪ੍ਰੋਨੰਸੀਏਸ਼ਨ ਤੇ, ਸਪੀਡ ਤੇ, ਇੰਟੋਨੇਸ਼ਨ ਐਂਡ ਮੋਡੂਲੇਸ਼ਨ ਤੇ ਜਾਂ ਫਿਰ ਫੇਸ਼ੀਅਲ ਐਕਸਪ੍ਰੈਸ਼ਨ ਤੇ। ਸੋ ਜਦੋਂ ਵੀ ਆਪਾਂ ਇਵੈਲੂਏਟਿੰਗ ਕਰਨੀ ਹੈ ਬੱਚੇ ਦੀ, ਜਦੋਂ ਬੱਚਾ ਪੋਇਮ ਪੜ੍ਹ ਰਿਹਾ ਸੀ, ਸੋ ਆਪਾਂ ਐਜ਼ ਅ ਟੀਚਰ ਕੀ ਕਰਾਂਗੇ ਤੁਸੀਂ ਖੁਦ ਦੱਸੋ। ਪ੍ਰੋਨੰਸੀਏਸ਼ਨ ਤੇ ਧਿਆਨ ਦੇਵਾਂਗੇ, ਸਪੀਡ ਤੇ ਧਿਆਨ ਦੇਵਾਂਗੇ ਜਾਂ ਫਿਰ ਇੰਟੋਨੇਸ਼ਨ ਐਂਡ ਮੋਡੂਲੇਸ਼ਨ ਤੇ ਜਾਂ ਫਿਰ ਫੇਸ਼ੀਅਲ ਐਕਸਪ੍ਰੈਸ਼ਨ ਤੇ। ਸੋ ਪ੍ਰੋਨੰਸੀਏਸ਼ਨ, ਸਪੀਡ ਵੇਖੋ ਇਹਦੇ ਤੇ ਤਾਂ ਆਪਾਂ ਧਿਆਨ ਦੇਣਾ ਹੀ ਦੇਣਾ ਹੈ। ਇਹਦੇ ਨਾਲ ਹੀ ਆਪਾਂ ਜੋ ਕੁਝ ਵੀ ਇੰਟੋਨੇਸ਼ਨ ਐਂਡ ਮੋਡੂਲੇਸ਼ਨ ਦੇ ਵਿੱਚ, ਮਤਲਬ ਇਹ ਕਿ ਬੱਚਾ ਉਹਨਾਂ ਚੀਜ਼ਾਂ ਨੂੰ ਪੜ੍ਹ ਕਿਵੇਂ ਰਿਹਾ ਹੈ, ਹਨਾ, ਜਿੱਥੇ ਆਵਾਜ਼ ਹੌਲੀ ਕਰਨੀ ਹੈ, ਉੱਚੀ ਕਰਨੀ ਹੈ, ਜਿਵੇਂ ਕਿ ਆਪਾਂ ਕੋਈ ਵੀ ਸੈਂਟੈਂਸ ਪੜ੍ਹਦੇ ਹੋਏ ਇੰਟੋਨੇਸ਼ਨ ਦਾ ਵੀ ਧਿਆਨ ਰੱਖਦੇ ਆ ਨਾ। ਸੋ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਧਿਆਨ ਹੈ ਜੀ ਬੱਚਾ ਰੱਖ ਰਿਹਾ ਹੈ ਕਿ ਨਹੀਂ ਰੱਖ ਰਿਹਾ ਹੈ। ਸੋ ਟੀਚਰ ਜਿਹੜਾ ਹੈ ਮੇਨਲੀ ਇਸ ਗੱਲ ਤੇ ਹੀ ਫੋਕਸ ਕਰੇਗਾ। ਮੋਡੂਲੇਸ਼ਨ ਨੂੰ ਉਤਰਾ ਚੜਾ ਕਹਿ ਦਿੰਨੇ ਆਪਾਂ ਕਿ ਆਵਾਜ਼ ਨੂੰ ਕਦੇ ਹੌਲੀ ਕੀਤਾ, ਕਦੇ ਉੱਚੀ ਕੀਤਾ। ਜਦੋਂ ਆਪਾਂ ਵਰਡ ਨਹੀਂ ਪੜ੍ਹਦੇ ਹੁੰਨੇ ਤੇ ਵਰਡ ਦੇ ਵਿੱਚ ਕਦੇ ਕਦਾ ਆਪਾਂ ਉੱਚੀ ਬੋਲ ਦਿੰਨੇ ਆ, ਕਦੇ ਹੌਲੀ ਬੋਲਦੇ ਆ। ਜਦੋਂ ਵੀ ਆਪਾਂ ਕੁਐਸਚਨ ਪੜ੍ਹਦੇ ਆ ਜਾਂ ਫਿਰ ਕਿਸੇ ਨੂੰ ਹੈਰਾਨੀ ਜਿਹੜਾ ਐਕਸਕਲੇਮੇਸ਼ਨ ਵਾਲਾ ਜਿਹੜਾ ਉੱਥੇ ਸਾਈਨ ਲੱਗ ਜਾਂਦਾ ਤੇ ਆਪਾਂ ਜਿਹੜਾ ਆਪਣੀ ਟੋਨ ਹੁੰਦੀ ਆ ਉਹ ਵੀ ਤਾਂ ਚੇਂਜ ਹੋ ਜਾਂਦੀ ਹੈ ਨਾ। ਸੋ ਉਹਦੇ ਵਿੱਚ ਆਪਾਂ ਮੇਨਲੀ ਇੰਟੋਨੇਸ਼ਨ ਐਂਡ ਮੋਡੂਲੇਸ਼ਨ ਦੀ ਜਿਹੜੀ ਗੱਲ ਦਾ ਧਿਆਨ ਰੱਖਦੇ ਆ, ਉਹ ਕਿਹਦੇ ਵਿੱਚ ਰੱਖਦੇ ਆ, ਜਦੋਂ ਆਪਾਂ ਪੋਇਮਸ ਪੜ੍ਹਦੇ ਆ ਉਹਦੇ ਵਿੱਚ ਤਾਂ ਖਾਸ ਕਰਕੇ। ਸੋ ਐਜ਼ ਅ ਟੀਚਰ ਤੁਸੀਂ ਫੋਕਸ ਕਰੋਗੇ ਉਹਦੀਆਂ ਇਸ ਗੱਲਾਂ ਤੇ। ਆਪਸ਼ਨ ਨੰਬਰ ਸੀ ਨੂੰ ਕਰੋ ਟਿਕ। ਚੱਲਦੇ ਆ ਜੀ ਅਗਲੇ ਪ੍ਰਸ਼ਨ ਤੇ। ਵਿਚ ਵਨ ਆਫ ਥੀਸ ਇਜ਼ ਨਾਟ ਟਰੂ। ਇਹਨਾਂ ਦੇ ਵਿੱਚੋਂ ਦੱਸੋ ਕਿਹੜਾ ਸਹੀ ਨਹੀਂ ਹੈ। ਆਪਸ਼ਨਾਂ ਨੂੰ ਪੜੋ। ਇਨ the first 3 years the children develop metalingual competence. Option number B, most children try to speak language even when they are not proficient in the language. Option number C, the order of acquisition of the morpheme is very similar among children all over the world. या फिर option number D, many simultaneous bilinguals achieve high language proficiency in both languages. ਇੱਥੇ ਕੀ ਲਿਖਿਆ ਹੋਇਆ ਪ੍ਰਸ਼ਨ ਦੇ ਵਿੱਚ, which one of these is not true। ਇਹਦਾ ਮਤਲਬ ਇਹ ਹੋਇਆ ਕਿ ਇੱਥੇ 3 ਸੈਂਟੈਂਸ ਤਾਂ ਇਹੋ ਜਿਹੇ ਹੋਣਗੇ ਜਿਹੜੇ ਕਿ ਸਹੀ ਹੋਣਗੇ। ਸੋ ਆਪਸ਼ਨ ਨੰਬਰ ਪਹਿਲਾ ਵੇਖੋ, in the first 3 years the children डेवलप मेटालिंगुअल कॉम्पिटेंस। बच्चा काफी छोटा है, ਤੁਹਾਨੂੰ ਕੀ ਲੱਗਦਾ ਵੀ मेटालिंगुअल ਜਿਹੜੀ ਉਹਦੀ ਕੰਪੀਟੈਂਸ ਆ ਉਹ ਡਿਵੈਲਪ ਹੋ ਜਾਏਗੀ। ਮੇਨਲੀ ਇੱਥੇ ਲੈਂਗੁਏਜ ਦੀ ਗੱਲ ਕਰ ਰਿਹਾ ਕਿ ਉਹਦੀ ਜਿਹੜੀ ਲੈਂਗੁਏਜ ਆ ਕਾਫੀ ਹੱਦ ਤੱਕ ਮਤਲਬ ਉਹ ਡਿਵੈਲਪ ਹੋ ਚੁੱਕੀ ਹੁੰਦੀ ਆ, ਪਹਿਲੇ 3 ਸਾਲਾਂ ਦੀ ਗੱਲ ਕਰ ਰਿਹਾ ਨਾਲੇ। ਜਾਂ ਫਿਰ ਆਪਸ਼ਨ ਨੰਬਰ ਬੀ ਵੇਖੋ, ਮੋਸਟ ਚਿਲਡਰਨ ਟਰਾਈ ਟੂ ਸਪੀਕ ਲੈਂਗੁਏਜ ਇਵਨ ਵੈਨ ਦੇ ਆਰ ਨਾਟ ਪ੍ਰੋਫੀਸ਼ੀਐਂਟ ਇਨ ਦ ਲੈਂਗੁਏਜ। ਸੋ ਹਾਂ, ਇਹ ਗੱਲ ਤਾਂ ਠੀਕ ਹੈ ਨਾ, ਜੇਕਰ ਬੱਚੇ ਨੂੰ ਉਹ ਭਾਸ਼ਾ ਜਿਹੜੀ ਹੈ ਹਜੇ ਤੱਕ ਉਹਨੇ ਨਹੀਂ ਵੀ ਸਿੱਖੀ ਤੇ ਉਹਨੂੰ ਬੋਲਣ ਦੀ ਪੂਰੀ ਕੋਸ਼ਿਸ਼ ਤਾਂ ਕਰਦਾ ਹੈ ਨਾ ਉਹ। ਸੋ ਇੱਥੇ ਕੀ ਲਿਖਿਆ ਹੋਇਆ, ਮੋਸਟ ਚਿਲਡਰਨ ਟਰਾਈ ਟੂ ਸਪੀਕ ਲੈਂਗੁਏਜ ਇਵਨ ਵੈਨ ਦੇ ਆਰ ਨਾਟ ਪ੍ਰੋਫੀਸ਼ੀਐਂਟ ਇਨ ਦ ਲੈਂਗੁਏਜ। ਸੋ ਇਹ ਗੱਲ ਠੀਕ ਹੈ, ਮਤਲਬ ਨਾਟ ਟਰੂ ਦੇ ਹਿਸਾਬ ਨਾਲ ਨਹੀਂ ਗੱਲ ਕਰ ਰਿਹਾ ਮੈਂ, ਇਹ ਟਰੂ ਦੇ ਹਿਸਾਬ ਨਾਲ ਗੱਲ ਕਰ ਰਿਹਾ। ਆਪਸ਼ਨ ਨੰਬਰ ਬੀ ਵੀ ਠੀਕ ਹੈ। ਸੀ ਵੇਖੋ, the order of acquisition of the morpheme is very similar among children all over the world। ਸੋ ਇੱਕ ਥਾਂ ਤੇ ਜਿਹੜਾ ਬੱਚਾ ਹੈ, ਮੰਨ ਲਓ ਜਿਹੜਾ ਪੰਜਾਬ ਦਾ ਬੱਚਾ ਹੈ, ਜਿਸ ਤਰ੍ਹਾਂ ਉਹ ਪੰਜਾਬੀ ਸਿੱਖਦਾ ਹੈ
ਉਸੇ ਤਰ੍ਹਾਂ ਹੀ ਜਿਹੜਾ ਬ੍ਰਿਟੇਨ ਦੇ ਵਿੱਚ ਜਿਹੜਾ ਅੰਗਰੇਜ਼ ਦਾ ਬੱਚਾ ਹੈ ਉਹ ਵੀ ਉਸੇ ਹਿਸਾਬ ਨਾਲ ਅੰਗਰੇਜ਼ੀ ਵੀ ਸਿੱਖਦਾ ਨਾ, ਮਤਲਬ ਇਹਦਾ ਨਹੀਂ ਕੋਈ ਫਰਕ ਵੇਖਣ ਨੂੰ ਮਿਲਦਾ, ਬਿਲਕੁਲ ਨਹੀਂ। ਆਪਸ਼ਨ ਨੰਬਰ ਸੀ ਵੀ ਸਹੀ ਹੈ, ऑप्शन मतलब कि ट्रू सेंटेंस है। ऑप्शन नंबर डी देखो, मैनी साइमल्टेनियस बाइलिंगुअल अचीव हाई लैंग्वेज प्रोफिशिएंसी इन बोथ लैंग्वेज। सो ये भी गल ठीक है जी, ये काफी सारे ਜਿਹੜੇ ਬਾਇਲਿੰਗੁਅਲਸ ਹੁੰਦੇ ਆ ਉਹ ਹਾਈ ਲੈਂਗੁਏਜ ਪ੍ਰੋਫੀਸ਼ੀਐਂਸੀ ਮਤਲਬ ਜਿਹੜੀਆਂ ਦੋਵੇਂ ਭਾਸ਼ਾਵਾਂ ਬੋਲਦੇ ਹੈਗੇ ਆ ਜੀ, ਉਹਨਾਂ ਦੋਵਾਂ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੋਫੀਸ਼ੀਐਂਸੀ ਹੈਗੀ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਠੀਕ ਆ ਜੀ, ਇਹ ਵੀ ਠੀਕ ਹੈ। ਆਪਸ਼ਨ ਨੰਬਰ ਏ ਵੇਖੋ, ਇਹ ਗਲਤ ਹੈ ਜੀ। ਆਪਸ਼ਨ ਨੰਬਰ ਏ ਕੀ ਹੈ ਜੀ, ਇਹ ਤੁਹਾਡਾ ਗਲਤ ਜਵਾਬ ਹੈ। ਸੋ ਆਪਸ਼ਨ ਨੰਬਰ ਏ ਨੂੰ ਕਰੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਪੁੱਛਿਆ ਜਾ ਰਿਹਾ ਹੈ, ਅਮੀਨਾ ਇਜ਼ ਅਨਲੇਬਲ ਟੂ ਪ੍ਰੋਨਾਉਂਸ ਦ word smile and school clearly as a language teacher you will। ਅਮੀਨਾ ਨਾਮ ਦੀ ਇੱਕ ਜਿਹੜੀ ਬੱਚੀ ਹੈ ਉਹ ਕੀ ਹੈ ਜੀ, ਇੱਕ ਸਟੂਡੈਂਟ ਹੈ, ਕਲਾਸ ਦੇ ਵਿੱਚ ਪੜ੍ਹਦੀ ਹੈ। ਸੋ ਉਹਨੂੰ ਨਾ ਕੁਝ ਵਰਡ ਬੋਲਣ ਦੇ ਵਿੱਚ ਦਿੱਕਤ ਹੈਗੀ ਆ ਜਾਂ ਫਿਰ ਉਹ ਤੋਂ ਨਹੀਂ ਬੋਲੇ ਜਾਂਦੇ, ਜਿਵੇਂ ਕਿ ਇੱਕ ਸਮਾਈਲ ਵਰਡ ਹੈ ਤੇ ਇੱਕ ਸਕੂਲ ਹੈ, ਉਹ ਸਾਫ਼ ਤਰੀਕੇ ਨਾਲ ਨਹੀਂ ਬੋਲ ਪਾਉਂਦੀ। ਭਾਸ਼ਾ ਦੇ ਅਧਿਆਪਕ ਹੋਣ ਦੇ ਨਾਤੇ ਜਾਂ ਫਿਰ ਭਾਸ਼ਾ ਦੇ ਟੀਚਰ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਸ਼ਨਾਂ ਨੂੰ ਪੜੋ। ਮੇਕ ਹਰ ਰਿਪੀਟ ਦ ਵਰਡ ਮੈਨੀ ਟਾਈਮਸ, ਤੁਸੀਂ ਉਹਨੂੰ ਕਹੋਗੇ ਕਿ ਵਾਰ-ਵਾਰ ਬੋਲ ਸਮਾਈਲ ਸਮਾਈਲ ਸਮਾਈਲ, ਉਸ ਤੋਂ ਬਾਅਦ ਕਹਿਣਾ ਕਿ ਸਕੂਲ ਸਕੂਲ ਸਕੂਲ, ਤੁਸੀਂ ਉਹਨੂੰ ਕਹਿਣਾ ਕਿ ਹਾਂ ਵੀ ਵਾਰ-ਵਾਰ ਰਿਪੀਟ ਕਰੋ ਇਹਨੂੰ। ਜਾਂ ਫਿਰ ਤੁਸੀਂ ਕਹੋਗੇ ਕਿ ਮੇਕ ਹਰ ਅਵੇਅਰ ਆਫ ਦ sound pattern and get the class as a whole to listen to these words through an audio visual medium। ਕਿ ਤੁਸੀਂ ਉਸ ਬੱਚੇ ਨੂੰ ਸਾਊਂਡ ਪੈਟਰਨ ਦੱਸੋਗੇ ਕਿ ਆਪਾਂ ਕਹਾਂਗੇ ਕਿ ਹਾਂ ਬੱਚੇ ਤੁਸੀਂ ਬੋਲੋ ਸਮਾਈਲ, ਠੀਕ ਹੈ ਨਾ, ਉਹਨੂੰ ਫਿਰ ਵੀ ਨਹੀਂ ਬੋਲਣਾ ਹੋਗਾ, ਫਿਰ ਤੁਸੀਂ ਹੌਲੀ ਹੌਲੀ ਦੱਸੋਗੇ ਕਿ ਸਮਾਈਲ, ਫਿਰ ਉਸ ਤੋਂ ਬਾਅਦ ਜਿਵੇਂ ਕਿ ਸਕੂਲ, ਫਿਰ ਉਸੇ ਤਰ੍ਹਾਂ ਹੀ ਆਪਾਂ ਮਤਲਬ ਹੌਲੀ ਹੌਲੀ ਉਹਨੂੰ ਦੱਸਾਂਗੇ। ਤੇ ਕੁਝ ਆਡੀਓ ਵੀਡੀਓ ਜਿਹੜੇ ਆਡੀਓ ਵਿਜ਼ੂਅਲ ਜਿਹੜੇ ਮੀਡੀਅਮ ਹੈਗੇ ਆ, ਜਿਵੇਂ ਕਿ ਕੋਈ ਟੇਪ ਰਿਕਾਰਡਰ ਹੋ ਗਿਆ ਜਾਂ ਫਿਰ ਕਹਿ ਲਓ ਕਿ ਕੋਈ ਸਪੀਕਰ ਹੋ ਗਿਆ, ਉਹਦੇ ਥਰੂ ਬੱਚੇ ਨੂੰ ਆਪਾਂ ਨੂੰ ਉਹ ਜਿਹੜਾ ਵਰਡ ਹੈ ਕਲਾਸ ਦੇ ਵਿੱਚ ਉਹ ਸਾਰਿਆਂ ਨੂੰ ਹੀ ਸੁਣਾਵਾਂਗੇ। ਠੀਕ ਹੈ ਜੀ, ਤੇ ਉਹਨੂੰ ਆਪਾਂ ਦੱਸਾਂਗੇ ਕਿ ਇਹਦਾ ਜਿਹੜਾ ਸਾਊਂਡ ਪੈਟਰਨ ਹੈ ਐਵੇਂ ਤੁਸੀਂ ਇਹਨੂੰ ਐਵੇਂ ਬੋਲ ਸਕਦੇ ਹੋ। ਠੀਕ ਹੈ ਜੀ, ਕੀ ਇਹ ਕਰ ਸਕਦੇ ਹੋ? ਜਾਂ ਫਿਰ ਆਸਕਿੰਗ ਹਰ ਟੂ ਰਾਈਟ ਦ ਵਰਡ ਮੈਨੀ ਟਾਈਮ, ਕਿ ਤੁਸੀਂ ਉਹਨੂੰ ਉਹ ਜਿਹੜਾ ਵਰਡ ਹੈ ਤੁਸੀਂ ਉਹਨੂੰ ਕਹੋਗੇ ਕਿ ਵਾਰ-ਵਾਰ ਇਹਨੂੰ ਲਿਖ ਕੇ ਵੇਖ, ਹੈ ਨਾ। ਆਪਾਂ ਮੇਨਲੀ ਗੱਲ ਕਰ ਰਹੇ ਸੀਗੇ ਪ੍ਰੋਨਾਉਂਸ ਦੀ, ਤੇ ਆਪਾਂ ਲਿਖਣ ਦਾ ਕਿੱਥੋਂ ਕੰਮ ਆ ਗਿਆ? ਆਪਸ਼ਨ ਨੰਬਰ ਸੀ ਤਾਂ ਵੈਸੇ ਐਲੀਮੀਨੇਟ ਹੋ ਗਿਆ। ਆਪਸ਼ਨ ਨੰਬਰ ਡੀ ਵੇਖੋ, ਆਸਕਿੰਗ ਦ ਐਂਟਾਇਰ ਕਲਾਸ ਟੂ ਰਿਪੀਟ ਦ ਵਰਡ ਐਂਡ ਐਪਰੀਸ਼ੀਏਟਿੰਗ ਅਮੀਨਾ ਵੈਨ ਸ਼ੀ ਰਿਪੀਟਸ them ਕਰੈਕਟਲੀ, ਕਿ ਸਾਰੀ ਜਿਹੜੀ ਕਲਾਸ ਸੀਗੀ ਉਹਨਾਂ ਨੂੰ ਕਹੋ ਕਿ ਤੁਸੀਂ ਸਾਰੇ ਰਿਪੀਟ ਕਰੋ ਇਹ ਵਰਡ, ਤੇ ਜਦੋਂ ਅਮੀਨਾ ਨੇ ਜਿਹੜਾ ਵਰਡ ਸਹੀ ਬੋਲਿਆ ਤੇ ਇਹਦੇ ਲਈ ਤਾੜੀਆਂ ਵੀ ਵਜਾਇਓ, ਮਤਲਬ ਕਲੈਪ ਕਰਿਓ ਜਾਂ ਫਿਰ ਕਹਿ ਲਓ ਐਪਰੀਸ਼ੀਏਟ ਕਰਿਓ। ਆਪਸ਼ਨ ਨੰਬਰ ਡੀ ਸਹੀ ਹੋ ਸਕਦਾ ਹੈ। ਇੱਥੇ ਤੁਹਾਡਾ ਸਹੀ ਜਵਾਬ ਕੀ ਹੋਏਗਾ ਜੀ? ਆਪਸ਼ਨ ਨੰਬਰ ਬੀ ਸਾਰਿਆਂ ਨਾਲੋਂ ਸਹੀ ਜਵਾਬ ਹੈ। ਕਿਉਂ? ਕਿਉਂਕਿ ਆਪਾਂ ਬੱਚੇ ਨੂੰ ਦੱਸਾਂਗੇ ਕਿ ਇਹ ਜਿਹੜਾ ਸਾਊਂਡ ਹੈ ਤੁਸੀਂ ਬੋਲਣਾ ਕਿਵੇਂ ਆ, ਤੇ ਇਸ ਦੇ ਨਾਲ ਹੀ ਜਿਹੜੀ ਸਾਰੀ ਕਲਾਸ ਹੋਏਗੀ ਉੱਥੇ ਉਹਨਾਂ ਨੂੰ ਵੀ ਇਹ ਜਿਹੜਾ ਵਰਡ ਹੈ ਜੀ ਸੁਣਨ ਦਾ ਮੌਕਾ ਮਿਲੇਗਾ। ਆਡੀਓ ਵਿਜ਼ੂਅਲ ਏਡ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਵੇਖਦੇ ਹਾਂ ਜੀ ਅਗਲੇ ਪ੍ਰਸ਼ਨ ਨੂੰ। ਬੀ ਨੂੰ ਤੁਸੀਂ ਕਰੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅ ਚਾਈਲਡ ਸਟੱਡਿੰਗ ਇਨ ਕਲਾਸ 3rd ਸੇ ਆਈ ਡਰੈਂਕ ਦ ਵਾਟਰ, ਇਟ ਇੰਡੀਕੇਟਸ ਦੈਟ ਦ ਚਾਈਲਡ, ਇੱਕ ਚਾਈਲਡ ਹੈ ਜੀ, ਤੀਸਰੀ ਕਲਾਸ ਦਾ ਬੱਚਾ ਹੈ, ਤੀਸਰੀ ਕਲਾਸ ਦਾ ਬੱਚਾ ਕੀ ਕਹਿ ਰਿਹਾ ਹੈ? ਆਈ ਡਰੈਂਕ ਦ ਵਾਟਰ। ਹੁਣ ਵੇਖੋ ਡਰੈਂਕ ਵਰਡ ਕੀ ਸਹੀ ਹੈ? ਤੁਹਾਨੂੰ ਵੈਸੇ 3 ਫਾਰਮਸ ਆਫ ਵਰਬ ਜ਼ਰੂਰ ਪੜੀਆਂ ਹੋਣਗੀਆਂ, ਜਿਵੇਂ ਡਰਿੰਕ, ਡਰੈਂਕ, ਡਰੰਕ ਹੁੰਦਾ, ਬਟ ਉਹਦੇ ਨਾਲ ਉਹਨੇ ਈਡੀ ਵੀ ਲਗਾਤਾ। ਮਤਲਬ ਕਿ ਇਹ ਬੱਚਾ ਕੀ ਕਰ ਰਿਹਾ ਹੈ? ਵੇਖੋ हैज नॉट लर्नड ग्रामर रूल्स प्रॉपरली, कि उन्हें ग्रामर के जो रूल्स है ना वो चंगी तरह याद नहीं किए। या फिर ऑप्शन नंबर बी डज नॉट नो हाउ टू फ्रेम प्रॉपर सेंटेंसेस, उन्होंने नहीं पता कि जो सेंटेंस है कि उन्होंने फ्रेम किवें किया जाए। या फिर ऑप्शन नंबर सी हैज ओवर जनरलाइज्ड द रूल्स फॉर मेकिंग पास्ट टेंस वर्ब्स, कि उन्हें जो रूल्स है ओवर जनरलाइज्ड कर ले, कि हरेक थां ते मतलब वो रूल्स है उन्होंने अप्लाई कर रहा, कोई एक्सेप्शन नहीं वेख रहा। या फिर ऑप्शन नंबर डी इज केयरलेस एंड नीड टू बी टोल्ड दैट she should be conscious of such errors, कि ਉਹਨੂੰ ਦੱਸਣਾ ਚਾਹੀਦਾ ਕਿ ਬਈ ਜਿਹੜੇ ਵਰਡ ਹੈਗੇ ਆ ਕਿ ਤੈਨੂੰ ਧਿਆਨ ਰੱਖਣਾ ਚਾਹੀਦਾ ਵੀ, ਹੈ ਨਾ ਵੀ। ਦੱਸੋ ਇਹਦੇ ਵਿੱਚ ਕੀ ਜਵਾਬ ਹੋਏਗਾ ਜੀ? ਇਹਦੇ ਵਿੱਚ ਤੁਹਾਡਾ ਸਹੀ ਜਵਾਬ ਕੀ ਹੈ ਜੀ? ਆਪਸ਼ਨ ਨੰਬਰ ਸੀ। ਮਤਲਬ ਇਹ ਕਿ ਜਿਹੜਾ ਵੀ ਬੱਚਾ ਸੀਗਾ ਉਹਨੇ ਵੈਸੇ ਵੇਖੋ ਕਿ ਆਪਦੇ ਵੱਲੋਂ ਉਹਨੇ ਲੌਜਿਕ ਤਾਂ ਸਹੀ ਲਗਾਇਆ, ਬਟ ਉਹ ਥੋੜੀ ਜਿਹੀ ਜਿਹੜੀ ਐਕਸੈਪਸ਼ਨ ਸੀਗੀ ਉਹਨੂੰ ਭੁੱਲ ਗਿਆ ਉਹ, ਜਾਂ ਫਿਰ ਕਹਿ ਲਓ ਕਿ ਉਹਦੇ ਤੇ ਉਹਨੇ ਧਿਆਨ ਨਹੀਂ ਦਿੱਤਾ। ਸੋ ਮਤਲਬ ਉਹਨੇ ਗ੍ਰਾਮਰ ਰੂਲਸ ਤਾਂ ਪੜ੍ਹੇ ਆ, ਉਹਨੂੰ ਇਹ ਪਤਾ ਕਿ ਆਪਾਂ ਮੇਨਲੀ ਜਿਹੜੇ ਸੈਕੰਡ ਵਰਬ ਜਾਂ ਥਰਡ ਵਰਬ ਹੁੰਦੇ ਆ ਉਹਦੇ ਨਾਲ ਆਪਾਂ ਈਡੀ ਲਗਾ ਦਿੰਨੇ ਆ, ਬਟ ਉਹਨੂੰ ਥੋੜਾ ਬਹੁਤਾ ਰੂਲਸ ਦਾ ਨਹੀਂ ਪਤਾ। ਠੀਕ ਹੈ ਨਾ, ਪੜਿਆ ਉਹਨੇ ਜ਼ਰੂਰ ਆ, ਬਟ ਉਹ ਕੀ ਕਰ ਰਿਹਾ? ਓਵਰ ਜਨਰਲਾਈਜ਼ਡ ਕਰਤਾ ਉਹਨੇ, ਓਵਰ ਜਨਰਲਾਈਜ਼ ਦਾ ਰੂਲ ਫॉर ਮੇਕਿੰਗ ਪਾਸਟ ਟੈਂਸ ਵਰਬ। ਸੋ ਆਪਸ਼ਨ ਨੰਬਰ ਸੀ ਤੁਹਾਡਾ ਸਹੀ ਜਵਾਬ ਹੈ ਜੀ। ਚੱਲਦੇ ਆ ਨੈਕਸਟ ਪ੍ਰਸ਼ਨ ਤੇ। while preparing textbook for primary classes which of these must be included, ਤੁਹਾਨੂੰ ਕੀ ਲੱਗਦਾ ਜਦੋਂ ਪ੍ਰਾਇਮਰੀ ਵਾਲੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਲਈ ਕਿਤਾਬਾਂ ਬਣਾਈਆਂ ਜਾ ਰਹੀਆਂ ਨੇ, ਸੋ ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਣਾ? ਸ਼ਾਰਟ ਐਸੇਜ਼ ਆਪਾਂ ਉਹਦੇ ਵਿੱਚ ਰੱਖਾਂਗੇ ਕਿ ਜਿਹੜੇ ਛੋਟੇ ਛੋਟੇ ਪੈਰਾਗ੍ਰਾਫ ਹੁੰਦੇ ਆ ਆਪਾਂ ਉਹਦੇ ਵਿੱਚ ਉਹ ਇਨਕਲੂਡ ਕਰਾਂਗੇ। ਮੀਨਿੰਗਫੁਲ ਪੋਇਮਸ, ਜਿਹੜੀਆਂ ਪੋਇਮ ਹੋਣਗੀਆਂ ਮਤਲਬ ਕਿ ਉਹਨਾਂ ਦਾ ਇੱਕ ਚੰਗਾ ਮੀਨਿੰਗ ਬਣਦਾ ਹੋਵੇ, ਮੀਨਿੰਗਫੁਲ ਹੋਣ। ਨਿਊ ਇਨਫੋਰਮੇਸ਼ਨ, ਨਵੀਂ ਜਾਣਕਾਰੀ ਰੱਖਾਂਗੇ। ਜਾਂ ਫਿਰ ਕਲਰਫੁਲ ਇਲਸਟ੍ਰੇਸ਼ਨ, ਵੀ ਕਹਿ ਲਓ ਕਿ ਹੈ ਨਾ ਰੰਗ ਬਿਰੰਗੇ ਪਿਕਚਰਸ ਹੋ ਸਕਦੀਆਂ, ਐਗਜ਼ਾਮਪਲਾਂ ਹੋ ਸਕਦੀਆਂ। ਦੱਸੋ ਕੀ ਜਵਾਬ ਹੋਏਗਾ ਜੀ? ਕਲਾਸ ਦੇ ਬੱਚੇ ਹਜੇ ਛੋਟੇ ਆ, ਠੀਕ ਹੈ ਨਾ, ਪ੍ਰਾਇਮਰੀ ਇੱਥੇ ਲਿਖਿਆ ਵੀ ਹੋਇਆ ਨਾ, ਪ੍ਰਾਇਮਰੀ ਕਲਾਸ ਦੇ ਬੱਚਿਆਂ ਨੂੰ ਜੇਕਰ ਆਪਾਂ ਪੜਾਉਣਾ ਹੈ ਜਾਂ ਫਿਰ ਉਹਨਾਂ ਲਈ ਜਦੋਂ ਟੈਕਸਟ ਬੁੱਕ
ਆਪਾਂ ਲਿਆਵਾਂਗੇ ਤੇ ਮੇਨਲੀ ਆਪਾਂ ਕਰਨਾ ਕੀ ਆ, ਉਹਨੂੰ ਇੰਟਰਸਟਿੰਗ ਬਣਾਵਾਂਗੇ, ਇਹੋ ਜੀ ਹੋਵੇ ਕਿ ਉਹਦਾ ਦਿਲ ਖੁਸ਼ ਹੋ ਜਾਵੇ ਬੱਚੇ ਦਾ, ਰੰਗ ਬਿਰੰਗੀਆਂ ਫੋਟੋਜ਼ ਵੇਖ ਕੇ ਉਹ ਸਾਰਾ ਕੁਝ ਵੇਖ ਕੇ ਹੀ ਸਮਝ ਜਾਵੇ, ਇਮੇਜਿਨੇਸ਼ਨ ਉਹਦੀ ਜਿਹੜੀ ਪਾਵਰ ਹੈ ਸਾਰਾ ਕੁਝ ਸੋਚ ਕੇ ਹੀ ਸਮਝ ਲਵੇ, ਵੇਖੇ ਉਹਨੂੰ ਵਧੀਆ ਲੱਗੇ ਕਿਤਾਬ। ਸੋ ਆਪਸ਼ਨ ਨੰਬਰ ਡੀ ਕੀ ਹੋਏਗਾ ਜੀ, ਸੌਰੀ ਆਪਸ਼ਨ ਨੰਬਰ ਡੀ ਤੁਹਾਡਾ ਸਹੀ ਜਵਾਬ ਹੋਏਗਾ, ਕਲਰਫੁਲ ਇਲਸਟ੍ਰੇਸ਼ਨਸ। ਠੀਕ ਹੈ ਜੀ, ਸੋ ਆਪਸ਼ਨ ਨੰਬਰ ਡੀ ਨੂੰ ਕਰੋ ਟਿਕ, ਕਿਉਂਕਿ ਜਿਹੜਾ ਪ੍ਰਾਇਮਰੀ ਕਲਾਸ ਦਾ ਜਿਹੜਾ ਬੱਚਾ ਹੈ ਉਹਦੇ ਲਈ ਜਦੋਂ ਆਪਾਂ ਕਿਤਾਬਾਂ ਬਣਾਉਂਦੇ ਆ ਤੇ ਅਕਸਰ ਤੁਸੀਂ ਵੇਖਿਆ ਵੀ ਹੋਊਗਾ ਉਹਨਾਂ ਦੀਆਂ ਕਿਤਾਬਾਂ ਵਿੱਚ ਤੁਹਾਨੂੰ ਵਾਧੂ ਸਾਰੀਆਂ ਫੋਟੋਜ਼ ਵੇਖਣ ਨੂੰ ਮਿਲਦੀਆਂ, ਜਾਨਵਰਾਂ ਦੀਆਂ ਹੋਣ ਭਾਵੇਂ ਕਿਸੇ ਦੇ ਵੀ ਹੋਣ, ਫਲਾਵਰਸ ਹੋਣ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਛੋਟੇ ਬੱਚੇ ਦੀਆਂ ਕਿਤਾਬਾਂ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਚੱਲਦੇ ਹਾਂ ਜੀ ਸੈਕੰਡ ਲਾਸਟ ਪ੍ਰਸ਼ਨ ਤੇ। ਸੈਕੰਡ ਲਾਸਟ ਜਿਹੜਾ ਪ੍ਰਸ਼ਨ ਹੈ, ਦ ਏਮ ਆਫ ਮਕੈਨੀਕਲ ਡਰਿਲ ਇਨ ਟੀਚਿੰਗ ਅ ਲੈਂਗੁਏਜ ਇਜ਼ ਟੂ। ਮਕੈਨੀਕਲ ਡਰਿਲ ਦੀ ਗੱਲ ਕੀਤੀ ਜਾ ਰਹੀ ਹੈ, ਟੀਚਿੰਗ ਅ ਲੈਂਗੁਏਜ ਇਜ਼ ਟੂ improve the fluency of the learners, option number B improve the accuracy of the learners, या फिर option number C strengthen the rote learning capacity of the learners, या फिर option number D encourage creative use of language among the learners। ਤੁਹਾਨੂੰ ਪਤਾ ਹੀ ਹੋਊਗਾ ਕਿ ਮੇਨਲੀ ਜਦੋਂ ਆਪਾਂ ਬੱਚਿਆਂ ਨੂੰ ਪ੍ਰੈਕਟਿਸ ਵਗੈਰਾ ਨਹੀਂ ਕਰਾਉਂਦੇ ਹੁੰਦੇ ਜਾਂ ਫਿਰ ਰੈਪੀਟੀਸ਼ਨ ਆਫ ਵਰਡਸ ਕਰਾਉਂਦੇ ਆ, ਸੋ ਉਹ ਸਭ ਕੀ ਹੈ ਜੀ, ਉਹਦੇ ਵਿੱਚ ਆਪਾਂ ਮਕੈਨੀਕਲ ਡਰਿਲ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਉਹ। ਸੋ ਇਹ ਜਦੋਂ ਆਪਾਂ ਕਰਾਉਂਦੇ ਹੁੰਨੇ ਆ ਇਹਦੇ ਨਾਲ ਬੱਚੇ ਦੀ ਫਲੂਐਂਸੀ ਨਹੀਂ ਹੁੰਦੀ, ਇਹਦੇ ਨਾਲ ਇਹ ਆਪਾਂ ਸਾਰਾ ਕੁਝ ਤਾਂ ਕਰਾਉਂਦੇ ਆ ਕਿ ਬੱਚੇ ਦੀ ਜਿਹੜੀ ਐਕੂਰੇਸੀ ਆ ਉਹ ਇੰਪਰੂਵ ਕੀਤੀ ਜਾ ਸਕੇ। ਤੇ ਵੈਸੇ ਵੀ ਜੇ ਆਪਾਂ ਗੱਲ ਕਰੀਏ ਵੀ ਆਪਾਂ ਸ਼ੁਰੂਆਤ ਦੇ ਵਿੱਚ ਜਦੋਂ ਵੀ ਆਪਾਂ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣੀ ਹੁੰਦੀ ਹੈ ਆਪਾਂ ਬੱਚਿਆਂ ਦੀ ਐਕੂਰੇਸੀ ਤੇ ਜ਼ਿਆਦਾ ਜ਼ੋਰ ਦਿੰਨੇ ਆ, ਫਿਰ ਹੀ ਉਹ ਆਪਾਂ ਉਹਨੂੰ ਗ੍ਰਾਮਰ ਸਿਖਾਉਂਦੇ ਆ ਨਾ। ਵੈਸੇ ਵੀ ਗ੍ਰਾਮਰ ਤਾਂ ਹੈ, ਅੰਗਰੇਜ਼ੀ ਤਾਂ ਹੈ ਸੈਕੰਡ ਲੈਂਗੁਏਜ ਆਪਾਂ ਸਿਖਾਉਂਦੇ ਆ ਬੱਚਿਆਂ ਨੂੰ, ਮਤਲਬ ਕਿ ਲਰਨ ਕਰਾਉਂਦੇ ਆ, ਨਾ ਕਿ ਉਹਨੂੰ ਅਕਵਾਇਰ ਕਰਾਉਂਦੇ ਆ। ਤੇ ਜਦੋਂ ਵੀ ਆਪਾਂ ਜਿਹੜਾ ਵੀ ਬੱਚਾ ਲੈਂਗੁਏਜ ਨੂੰ ਲਰਨ ਕਰਦਾ ਹੈ ਉਹਦੇ ਲਈ ਉਹ ਗ੍ਰਾਮਰ ਸਿੱਖਦਾ ਹੈ, ਤੇ ਗ੍ਰਾਮਰ ਸਿੱਖਣ ਲਈ ਉਹਨੂੰ ਮਤਲਬ ਕਿ ਪਹਿਲਾਂ ਐਕੂਰੇਸੀ ਤੇ ਆਪਾਂ ਜ਼ਿਆਦਾ ਧਿਆਨ ਦਿੰਨੇ ਆ, ਉਸ ਤੋਂ ਬਾਅਦ ਆਪਾਂ ਫਲੂਐਂਸੀ ਵੱਲ ਜਾਂਦੇ ਆ। ਸੋ ਆਪਸ਼ਨ ਨੰਬਰ ਬੀ ਤੁਹਾਡਾ ਕੀ ਹੈ ਜੀ, ਸਹੀ ਜਵਾਬ ਹੈ ਕਿ ਮਕੈਨੀਕਲ ਡਰਿਲ, ਇੱਥੇ ਮਕੈਨੀਕਲ ਵੀ ਆ ਗਿਆ ਨਾ ਵਰਡ, ਮਕੈਨੀਕਲ ਡਰਿਲ ਇਜ਼ ਅ ਟੀਚਿੰਗ ਲੈਂਗੁਏਜਸ ਟੂ ਐਕੂਰੇਸੀ ਆਫ ਦ ਲਰਨਰ, ਇੰਪਰੂਵ ਦ ਐਕੂਰੇਸੀ ਆਫ ਦ ਲਰਨਰ। ਆਪਸ਼ਨ ਨੰਬਰ ਜਿਹੜਾ ਬੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ। ਆਪਸ਼ਨ ਨੰਬਰ ਸੀ ਤਾਂ ਹੋਏਗਾ ਨਹੀਂ, ਇਹਦੇ ਵਿੱਚ ਰੱਟਾ ਮਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਰੋਟ ਮੈਮੋਰੀ ਲਰਨਿੰਗ ਹੈ, ਕੈਪੈਸਿਟੀ ਆਫ ਦ ਲਰਨਰਸ ਉਹਨੂੰ ਆਪਾਂ ਅੱਗੇ ਵਧਾਉਣਾ ਹੈ। ਐਨਕਰੇਜ ਕ੍ਰੀਏਟਿਵ ਯੂਜ਼ ਆਫ ਲੈਂਗੁਏਜ ਅਮੰਗ ਦ ਲਰਨਰਸ, ਸੋ ਇੱਥੇ ਮਕੈਨੀਕਲ ਆ ਗਿਆ ਤੇ ਇਹਦੇ ਵਿੱਚ ਕ੍ਰੀਏਟਿਵਿਟੀ ਦੀ ਗੱਲ ਨਹੀਂ ਹੋ ਸਕਦੀ, ਇਹਦੇ ਵਿੱਚ ਮਤਲਬ ਕਿ ਇਹ ਨਹੀਂ ਹੋਊਗਾ ਜਵਾਬ ਆਪਸ਼ਨ ਨੰਬਰ ਸੀ ਤੇ ਡੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਜੀ ਅੱਜ ਦੇ ਆਪਾਂ ਲਾਸਟ ਪ੍ਰਸ਼ਨ ਤੇ। ਵਿਚ ਆਫ ਥੀਸ ਇਜ਼ ਦਾ ਮੋਸਟ ਐਪਰੋਪ੍ਰੀਏਟ ਸੀਕੁਐਂਸ ਫॉर ਟੀਚਿੰਗ ਗ੍ਰਾਮਰ ਇਨ ਅ ਕਲਾਸ, ਕਿ ਇਹਦੇ ਵਿੱਚੋਂ ਦੱਸੋ ਕਿ ਕਿਹੜਾ ਸਾਰਿਆਂ ਨਾਲੋਂ ਸਹੀ ਸੀਕੁਐਂਸ ਹੈਗਾ ਗ੍ਰਾਮਰ ਜੇਕਰ ਆਪਾਂ ਬੱਚਿਆਂ ਨੂੰ ਪੜਾਉਣੀ ਆ। ਵੈਸੇ ਤੁਹਾਨੂੰ ਇੰਡਕਟਿਵ ਮੈਥਡ ਯਾਦ ਆ ਰਿਹਾ ਹੋਊਗਾ, ਆਪਾਂ ਮੇਨਲੀ ਗੱਲ ਕਰਦੇ ਹੁੰਨੇ ਆ ਨਾ ਕਿ ਬੱਚਿਆਂ ਨੂੰ ਆਪਾਂ ਗ੍ਰਾਮਰ ਪੜਾਉਣੀ ਆ ਤੇ ਇੰਡਕਟਿਵ ਮੈਥਡ ਦੀ ਵਰਤੋਂ ਕਰਦੇ ਆ। ਸੋ ਦੱਸ ਦਿਓ ਫਿਰ ਇਹਦੇ ਵਿੱਚ ਤੁਸੀਂ ਹੁਣ ਫਿਰ ਜਵਾਬ ਦੱਸ ਹੀ ਦੋਗੇ ਕਿਹੜਾ ਜਵਾਬ ਹੋਊਗਾ। ਆਪਾਂ ਕਾਫੀ ਵਾਰ ਇੰਡਕਟਿਵ ਮੈਥਡ ਦੀ ਗੱਲ ਕੀਤੀ ਆ, ਵੇਖ ਲਓ ਕਿੱਥੇ ਲਿਖਿਆ ਹੋਇਆ ਕਿ ਐਗਜ਼ਾਮਪਲਸ ਪ੍ਰੈਕਟਿਸ ਰੂਲਸ ਵਰਕਸ਼ੀਟ, ਐਗਜ਼ਾਮਪਲਸ ਕੰਪੈਰੀਜ਼ਨ ਰੂਲਸ ਪ੍ਰੈਕਟਿਸ ਰੂਲਸ ਐਗਜ਼ਾਮਪਲ ਪ੍ਰੈਕਟਿਸ ਹੋਮਵਰਕ, ਜਾਂ ਫਿਰ ਐਗਜ਼ਾਮਪਲਸ ਵਰਕਸ਼ੀਟ ਕਰੈਕਸ਼ਨ ਰੂਲਸ। ਸੋ ਵੇਖੋ ਐਗਜ਼ਾਮਪਲ ਟੂ ਰੂਲ ਵਾਲਾ ਆਪਾਂ ਕਿੱਧਰ ਜਾ ਰਹੇ ਹਾਂ। ਸੋ ਆਪਸ਼ਨ ਨੰਬਰ ਤੁਸੀਂ ਏ ਨੂੰ ਵੀ ਕਹਿ ਸਕਦੇ ਹੋ, ਬਟ ਇਹ ਆਪਸ਼ਨ ਨੂੰ ਟਿਕ ਕਰਨ ਤੋਂ ਪਹਿਲਾਂ ਇਹ ਵੀ ਵੇਖ ਲਿਓ ਕਿ ਐਗਜ਼ਾਮਪਲਾਂ ਤੋਂ ਬਾਅਦ ਸਿੱਧੀ ਪ੍ਰੈਕਟਿਸ ਕਦੋਂ ਤੋਂ ਹੋਣ ਲੱਗ ਜਾਂਦੀ ਹੈ। ਐਗਜ਼ਾਮਪਲਾਂ ਤੋਂ ਬਾਅਦ ਤਾਂ ਕਦੇ ਆਪਾਂ ਪ੍ਰੈਕਟਿਸ ਕਰ ਨਹੀਂ ਸਕਦੇ, ਜਾਂ ਫਿਰ ਇਹ ਹੋ ਸਕਦਾ ਕਿ ਪਹਿਲਾਂ ਬੱਚਿਆਂ ਨੂੰ ਆਪਾਂ ਐਗਜ਼ਾਮਪਲਾਂ ਦਵਾਂਗੇ, ਫਿਰ ਉਹਨਾਂ ਐਗਜ਼ਾਮਪਲਾਂ ਦੀ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ, ਉਸ ਤੋਂ ਬਾਅਦ ਬੱਚਿਆਂ ਨੂੰ ਆਪਾਂ ਰੂਲਸ ਦੱਸਾਂਗੇ ਤੇ ਰੂਲਸ ਦੱਸਣ ਤੋਂ ਬਾਅਦ ਆਪਾਂ ਬੱਚਿਆਂ ਤੋਂ ਪ੍ਰੈਕਟਿਸ ਕਰਵਾਵਾਂਗੇ। ਠੀਕ ਹੈ ਨਾ ਜੀ। ਸੋ ਆਪਸ਼ਨ ਨੰਬਰ ਫਿਰ ਬੀ ਕੀ ਹੋ ਗਿਆ ਜੀ, ਤੁਹਾਡਾ ਸਹੀ ਜਵਾਬ ਹੋ ਗਿਆ। ਆਪਸ਼ਨ ਨੰਬਰ ਬੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ ਕਿ ਬੱਚਿਆਂ ਨੂੰ ਆਪਾਂ ਉਦਾਹਰਨਾਂ ਦੱਸਦੇ ਹਾਂ, ਫਿਰ ਉਹਨਾਂ ਦੀ ਕੰਪੈਰੀਜ਼ਨ ਕਰ ਰਹੇ ਹਾਂ, ਫਿਰ ਬੱਚਿਆਂ ਨੂੰ ਰੂਲਸ ਦੱਸੇ, ਫਿਰ ਆਪਾਂ ਉਹਨਾਂ ਤੋਂ ਪ੍ਰੈਕਟਿਸ ਕਰਵਾ ਰਹੇ ਹਾਂ। ਅਕਸਰ ਗ੍ਰਾਮਰ ਵੀ ਆਪਾਂ ਐਵੇਂ ਹੀ ਪੜਾਉਂਦੇ ਆ ਨਾ, ਉਦਾਹਰਨਾਂ ਤੋਂ ਆਪਾਂ ਜਦੋਂ ਰੂਲਸ ਵੱਲ ਜਾਂਦੇ ਆ ਪਹਿਲਾਂ ਬੱਚੇ ਨੂੰ ਆਪਾਂ ਉਦਾਹਰਨਾਂ ਦੱਸਦੇ ਆ। ਜੇਕਰ ਇੱਥੇ ਡਿਡਕਟਿਵ ਮੈਥਡ ਦੀ ਗੱਲ ਕੀਤੀ ਗਈ ਹੁੰਦੀ ਤੇ ਆਪਾਂ ਬੱਚਿਆਂ ਨੂੰ ਪਹਿਲਾਂ ਰੂਲਸ ਦੱਸਦੇ ਆ, ਉਸ ਤੋਂ ਬਾਅਦ ਆਪਾਂ ਕਹਿ ਲਓ ਕਿ ਬੱਚਿਆਂ ਵੱਲ ਨੂੰ ਐਗਜ਼ਾਮਪਲ ਵੱਲ ਨੂੰ ਆਪਾਂ ਫਿਰ ਜਾਂਦੇ ਆ। ਸੋ ਦੋਸਤੋ ਇਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਸੀ। ਉਮੀਦ ਕਰਦਾ ਸੈਸ਼ਨ ਤੁਹਾਡੇ ਲਈ ਹੈਲਪਫੁਲ ਜ਼ਰੂਰ ਹੋਊਗਾ। ਪ੍ਰਸ਼ਨ ਥੋੜੇ ਜਿਹੇ ਨਵੇਂ ਮੈਨੂੰ ਵੀ ਲੱਗੇ ਤੇ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਜਿਹੜੇ ਪ੍ਰਸ਼ਨ ਸੀਗੇ ਇੰਟਰਸਟਿੰਗ ਲੱਗੇ ਜਾਂ ਨਹੀਂ ਲੱਗੇ। ਜੇਕਰ ਸੈਸ਼ਨ ਵਧੀਆ ਲੱਗਿਆ ਹੋਵੇ ਤੇ ਸੈਸ਼ਨ ਨੂੰ ਲਾਈਕ ਤਾਂ ਕਰਨਾ ਹੀ ਹੈ ਤੇ ਨਾਲ ਦੇ ਨਾਲ ਆਪਦੇ ਦੋਸਤਾਂ ਨੂੰ ਵੀ ਇਹ ਜਿਹੜੀ ਵੀਡੀਓ ਹੈ ਉਹ ਸ਼ੇਅਰ ਕਰਨੀ ਹੈ। ਚੈਨਲ ਨੂੰ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤੇ ਨਾਲ ਹੀ ਬੈਲ ਆਈਕਨ ਹੈ ਤੁਸੀਂ ਉਹ ਵੀ ਪ੍ਰੈਸ ਕਰ ਲਓ। ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ।